बहुत ਵੱਡੇ ਵਾਅਦੇ ਕਰ ਰਹੇ ਹੋ, ਕਿਤੇ ਇਹ ਨਾ ਹੋਵੇ ਕਿ ਜਿਹੜੇ ਲੋਕ ਅੱਜ ਇਸ ਤਰ੍ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲੈ ਕੇ ਚੱਲਣ ਨੂੰ ਤਿਆਰ ਹੋਏ ਨੇ ਤੇ ਤੁਹਾਡੇ ਨਿਰਾਸ਼ ਹੋਣ। ਦਵਾ ਦਾ ਕੋਈ ਨਹੀਂ ਕੀਤਾ, ਇਸ ਕੋਈ ਪਾਣੀ 'ਚ ਬੱਸਾਂ ਚਲਾਈਆਂ, ਕੋਈ ਮੰਗਲ ਗ੍ਰਹਿ ਤੇ ਅਸੀਂ ਕੋਈ ਪਲਾਟ ਕੱਟਣ ਦੀ ਗੱਲ ਨਹੀਂ ਕੀਤੀ। ਮੈਂ ਵਿਧਾਨ ਸਭਾ ਦੇ ਵਿੱਚ ਪਹਿਲੇ ਸਾਲ ਹੀ ਮੁੱਦਾ ਚੁੱਕਿਆ ਵੀ ਤੁਸੀਂ 881 ਏਕੜ ਜ਼ਮੀਨ ਹੈ, ਤੁਸੀਂ ਉਹਨੂੰ ਕੋਈ ਬੈਸਟ ਯੂਜ਼ ਤਾਂ ਕਰ ਲਓ। ਸੋ ਆਮ ਆਦਮੀ ਪਾਰਟੀ ਆਊਗੀ ਜਿਹੜੀ ਬਿਲਕੁਲ ਆਪਦੇ ਵਾਸਤੇ ਕੰਮ ਨਹੀਂ ਕਰਦੀ, ਆਪਦੀ ਇਮਾਨਦਾਰੀ ਨਾਲ ਕੰਮ ਕਰਦੀ ਹੈ। ਅੱਜ ਜਿਹੜੀ ਕਾਂਗਰਸ ਦੇ ਵਿੱਚ ਪੰਚਾਇਤ ਦੇ ਵਿੱਚ ਚਾਰ ਮੈਂਬਰਾਂ ਦਾ ਕੋਰਮ ਹੈ, ਸਾਡੇ ਚਾਰੇ ਮੈਂਬਰ ਆ ਖੜਿਆ ਜੁਆਇਨ ਕਰਕੇ। ਮੈਂ ਤਾਂ ਇਹੀ ਗੱਲ ਕਹੂੰਗਾ, ਤਖਤ ਸ਼ੁਰੂ ਤੋਂ ਹੀ ਹਿਲਾਇਆ ਪੰਜਾਬ ਨੇ, ਅੱਜ ਤੋਂ ਨਹੀਂ ਸ਼ੁਰੂ ਤੋਂ, ਪਰ ਤਖਤ ਹਿਲਾਇਆ ਜ਼ਾਲਮਾਂ ਦਾ, ਜਿਨ੍ਹਾਂ ਨੇ ਜ਼ੁਲਮ ਕੀਤਾ। ਤੇ ਮੈਨੂੰ ਪੰਜਾਬੀ ਕਿਤੇ ਡਾਕਟਰ ਨਹੀਂ ਦਿਖਿਆ। ਹਾਂ, ਪੰਜਾਬੀ ਇੱਕ ਥਾਂ ਤੇ ਜ਼ਰੂਰ ਦਿਖਿਆ, ਉਹ ਕਿੱਥੇ? ਉਹ ਸਿਕਿਉਰਿਟੀ ਗਾਰਡ ਤੇ। ਪੰਜਾਬੀ ਸਿਰਫ ਸਿਕਿਉਰਿਟੀ ਗਾਰਡ ਬਣਨ ਜੋਗਾ ਰਹਿ ਗਿਆ, ਪੰਜਾਬੀ ਸਿਰਫ ਮਜ਼ਦੂਰੀ ਕਰਨ ਜੋਗਾ ਰਹਿ ਗਿਆ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆ, ਤੁਸੀਂ ਵੇਖ ਰਹੇ ਹੋ ਸਰਲੇਖ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਹਲਕੇ ਦੇ ਵਿੱਚ, ਹਰ ਪਿੰਡ ਦੇ ਵਿੱਚ, ਹਰ ਘਰ ਦੇ ਵਿੱਚ, ਸੱਥਾਂ ਦੇ ਵਿੱਚ ਅੱਜ ਚੋਣਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਵਿੱਚ ਖੜੇ ਆ, ਗੋਬਿੰਦਪੁਰਾ ਪਿੰਡ ਦੇ ਵਿੱਚ। ਗੋਬਿੰਦਪੁਰਾ ਪਿੰਡ ਨੇ ਜਿੱਥੇ ਕਦੇ ਇਹ ਸੋਚਿਆ ਸੀ ਅੱਜ ਤੋਂ 10-11 ਸਾਲ ਪਹਿਲਾਂ ਕਿ ਸਾਡੇ ਪਿੰਡ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਇਹ ਪਿੰਡ ਤਰੱਕੀ ਦੇ ਰਾਹ ਤੁਰੂਗਾ, ਪਰ ਅਸੀਂ ਕੁਝ ਕੁ ਸਮਾਂ ਪਹਿਲਾਂ ਇਸ ਪਿੰਡ ਦੀ ਇੱਕ ਸਟੋਰੀ ਕੀਤੀ ਸੀ। ਉਸ ਦਿਨ ਬਹੁਤ ਲੋਕ ਆਪਣੇ ਪਿੰਡ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਡੇ ਸਾਹਮਣੇ ਬੋਲੇ ਸੀ। ਤੁਹਾਡਾ ਲੈਕਚਰ ਸੁਣਿਆ, ਬਹੁਤ ਵੱਡੇ ਵਾਅਦੇ ਕਰ ਰਹੇ ਹੋ, ਕਿਤੇ ਇਹ ਨਾ ਹੋਵੇ ਕਿ ਜਿਹੜੇ ਲੋਕ ਅੱਜ ਇਸ ਤਰ੍ਹਾਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲੈ ਕੇ ਚੱਲਣ ਨੂੰ ਤਿਆਰ ਹੋਏ ਨੇ ਕਿਤੇ ਤੁਹਾਡੇ ਨਿਰਾਸ਼ ਹੋਣ। ਕੀ ਕਹੋਗੇ? ਵੱਡਾ ਵਾਅਦਾ ਕੋਈ ਨਹੀਂ ਕੀਤਾ, ਇਸ ਕੋਈ ਪਾਣੀ 'ਚ ਬੱਸਾਂ ਚਲਾਈਆਂ, ਕੋਈ ਮੰਗਲ ਗ੍ਰਹਿ ਤੇ ਅਸੀਂ ਕੋਈ ਪਲਾਟ ਕੱਟਣ ਦੀ ਗੱਲ ਨਹੀਂ ਕੀਤੀ। ਅਸੀਂ ਤਾਂ ਲੋਕਾਂ ਦੀਆਂ ਮੂਲ ਸਮੱਸਿਆਵਾਂ, ਜਿਵੇਂ ਪਾਣੀ ਹੈ, ਰੋਟੀ ਕੱਪੜਾ ਮਕਾਨ, ਇਹ ਮੂਲ ਸਮੱਸਿਆਵਾਂ ਨੇ, ਉਹਨਾਂ ਦੀ ਗੱਲ ਕੀਤੀ ਹੈ ਵੀ ਹਰੇਕ ਬੰਦੇ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ, ਹਰੇਕ ਬੰਦੇ ਨੂੰ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ, ਹਰੇਕ ਬੰਦੇ ਨੂੰ ਸਿੱਖਿਆ ਮਿਲਣੀ ਚਾਹੀਦੀ ਹੈ, ਪੀਣ ਵਾਲਾ ਪਾਣੀ ਮਿਲਣਾ ਚਾਹੀਦਾ ਹੈ, ਸ਼ੁੱਧ ਵਾਤਾਵਰਨ ਮਿਲਣਾ ਚਾਹੀਦਾ, ਨੌਜਵਾਨਾਂ ਨੂੰ ਮਤਲਬ ਖੇਡ ਗਰਾਊਂਡ ਮਿਲਣੇ ਚਾਹੀਦੇ ਨੇ। ਇਹਦਾ ਗੱਲ ਕੁਛ ਵੀ ਇੱਕ ਵੱਡਾ ਵਾਅਦਾ ਹੈ ਜਿਹੜਾ ਪੂਰਾ ਨਾ ਕਰ ਸਕੇ। ਦਿੱਲੀ 'ਚ ਕਰਤਾ ਸੀ, ਦਿੱਲੀ ਦੇ ਵਿੱਚ ਕਹਿੰਦੇ ਸੀ ਵੀ ਸ਼ਾਇਦ ਸ਼ੀਲਾ ਦੀਕਸ਼ਿਤ ਵਰਗਾ ਜਾਂ ਦੂਜੇ ਕਾਂਗਰਸੀ ਵੀ ਕੇਜਰੀਵਾਲ ਵੱਡੇ ਵਾਅਦੇ ਕਰੀ ਜਾਂਦਾ, ਇਹ ਡਾਕਟਰ ਕਿੱਥੋਂ ਲਿਆਊਗਾ, ਕਿੱਥੋਂ ਮਾਸਕ ਲਿਆਊਗਾ, ਪੰਜ ਲਿਆ ਤੇ ਅਸੀਂ ਕੋਈ ਸਮੱਸਿਆ ਨਹੀਂ ਹੈ। ਇਹ ਲੋਕਾਂ ਦੇ ਮੂਲ ਮੁੱਦੇ ਨੇ ਜੀ, ਇਹਨਾਂ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ, ਇਹ ਸਮੱਸਿਆ ਅਸੀਂ ਹੱਲ ਕਰਾਂਗੇ। ਗੋਬਿੰਦਪੁਰਾ ਦੀ ਧਰਤੀ ਨੇ ਕਦੇ ਇਤਿਹਾਸ ਸਿਰਜਿਆ, ਪਿੰਡ ਨੂੰ ਰਾਜਨੀਤੀ ਨੇ ਵੰਡ ਵੀ ਦਿੱਤਾ ਸੀਗਾ। ਸੈਂਕੜੇ ਏਕੜ ਜ਼ਮੀਨ ਜਿਨ੍ਹਾਂ 'ਤੇ ਕਦੇ ਸੋਚਿਆ ਸੀ ਕਿ ਥਰਮਲ ਚੱਲੂਗਾ, ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲਣ ਦੇ ਚਾਂਸ ਬਣੇ ਸੀ, ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਹੀ ਮਿਲਿਆ। ਬਹੁਤ ਸਾਰੇ ਲੋਕਾਂ ਦੇ ਜਿਹੜੇ ਭੱਤੇ ਸੀ ਉਹ ਅਟਕ ਗਏ, ਬਹੁਤ ਸਾਰੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਅੱਜ ਉਹ ਉਜਾੜ ਬਣੀ ਹੋਈ ਹੈ ਜ਼ਮੀਨ। ਜਿਨ੍ਹਾਂ ਨੇ ਜ਼ਮੀਨ ਦਿੱਤੀ ਨਹੀਂ, ਜਿਨ੍ਹਾਂ ਨੇ ਆਪਣੀ ਫਸਲਵਾੜੀ ਬੀਜੀ ਹੋਈ ਹੈ, ਉਹਨਾਂ ਦਾ ਉਜਾੜਾ ਵੈਸੇ ਹੋਈ ਜਾਂਦਾ ਹੈ। ਕੀ ਆਮ ਆਦਮੀ ਪਾਰਟੀ ਸਰਕਾਰ ਆਉਣ 'ਤੇ ਜਿਹੜਾ ਤੁਸੀਂ ਇਹਨਾਂ ਲੋਕਾਂ ਨੂੰ ਅੱਜ ਭਰੋਸਾ ਦਿੱਤਾ ਹੈ, ਕਿ ਉਹ 'ਤੇ ਖਰਾ ਉਤਰਨ ਦੇ ਵਿੱਚ ਕਿੰਨੇ ਚਿਰ 'ਚ ਅਸੀਂ ਮੰਨ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਸਰਕਾਰ ਆਉਣ 'ਤੇ ਇਸ ਜ਼ਮੀਨ ਦਾ ਕੋਈ ਢੁਕਵਾਂ ਹੱਲ ਹੋ ਜਾਊਗਾ? ਦੇਖੋ, ਮੈਂ ਦਾਤੇਵਾਸ ਵਗੇ ਪ੍ਰਿੰਸੀਪਲ ਸੀ ਜਦੋਂ ਇਹ ਚੱਲਿਆ ਸੀ, ਘੋਲ ਚੱਲਿਆ ਸੀ। ਸਾਡੇ ਨਾਲ ਮੇਰੇ ਸਕੂਲ ਦੇ ਬੱਚੇ, +2 ਦੀਆਂ ਕੁੜੀਆਂ, ਉਹ ਘੋਲ ਦੇ ਵਿੱਚ ਸ਼ਾਮਲ ਸੀਆਂ। ਮੈਂ ਇੱਥੇ ਆਉਂਦਾ ਰਿਹਾ, ਘੋਲ ਦੇਖਿਆ ਸਾਰਾ। ਇਹ ਬਿਲਕੁਲ ਗੱਲ ਇਹ ਹੈ, ਦੇਖੋ ਇੰਡਸਟਰੀ ਲਾਉਣੀ ਕੋਈ ਮਾੜੀ ਗੱਲ ਨਹੀਂ, ਪਰ ਲਾ ਤਾਂ ਦੇਣ ਨਾ ਤੁਸੀਂ। ਮੈਂ ਇਕਨੋਮਿਕਸ ਦਾ ਲੈਕਚਰਰ ਰਿਹਾ, ਮੈਨੂੰ ਪਤਾ ਹੈ ਵੀ ਜਿੰਨਾ ਚਿਕਰ ਉਦਯੋਗ ਨਹੀਂ ਲੱਗਦੇ, ਜਿੰਨੇ ਕਾਰਖਾਨੇ ਨਹੀਂ ਲੱਗਦੇ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਹੈਗਾ। ਸਾਡੇ ਖੰਡ ਮਿਲ ਲੱਗੀ ਸੀ, ਤਾਗਾ ਮਿਲ ਮਾਨਸਾ ਲੱਗੀ ਸੀ, ਜਿੱਥੇ ਰੁਜ਼ਗਾਰ ਮਿਲਦਾ ਲੋਕਾਂ ਨੂੰ, ਉਹ ਚੱਕ ਕੇ ਲੈ ਗਏ। ਉਦਯੋਗ ਲੱਗਦੇ ਹੁੰਦੇ, ਨਾ ਕਿ ਉਜਾੜਦੇ ਹੁੰਦੇ ਨੇ। ਜੇ ਇੱਥੇ ਜੋ ਲੱਗਦਾ, ਸ਼ਾਇਦ ਚਲੋ ਤੁਸੀਂ ਜਿਵੇਂ ਮਰਜ਼ੀ ਸੀ, ਲੋਕਾਂ ਨੇ ਜ਼ਮੀਨ ਦੇਤੀ, ਪਰ ਲਾ ਦਿੰਦੇ ਨਾ ਜੋ ਉਦਯੋਗ, ਤੁਸੀਂ ਘੱਟੋ ਘੱਟ 10-15-20 ਹਜ਼ਾਰ ਬੰਦੇ ਨੂੰ ਰੁਜ਼ਗਾਰ ਤਾਂ ਮਿਲਦਾ, ਉਹ ਬਿਲਕੁਲ ਨਹੀਂ ਹੋਇਆ। ਮੈਂ ਵਿਧਾਨ ਸਭਾ ਦੇ ਵਿੱਚ ਪਹਿਲੇ ਸਾਲ ਹੀ ਮੁੱਦਾ ਚੁੱਕਿਆ ਵੀ ਤੁਸੀਂ 881 ਏਕੜ ਜ਼ਮੀਨ ਹੈ, ਤੁਸੀਂ ਉਹਨੂੰ ਕੋਈ ਬੈਸਟ ਯੂਜ਼ ਤਾਂ ਕਰ ਲਓ। ਅਤੇ ਉਹਨਾਂ ਦੇ ਤੁਸੀਂ ਨੌਕਰੀਆਂ ਦਾ ਵਾਅਦਾ ਕੀਤਾ ਗਿਆ ਸੀ, 41 ਬੰਦੇ ਮੈਨੂੰ ਪਤਾ ਸੀ ਵੀ ਜੇ ਨੌਕਰੀਆਂ ਨਹੀਂ ਮਿਲੀਆਂ, ਪਰੰਤੂ ਉਹਨਾਂ ਨੇ ਕੋਈ ਵਧੀਆ ਮੈਨੂੰ ਭਰੋਸੇਯੋਗ ਹੱਲ ਹੀ ਲੱਭਿਆ। ਕਿਉਂਕਿ ਰਾਣਾ ਗੁਰਜੀਤ ਸਿੰਘ ਜਿਹੜਾ ਉਦੋਂ ਮੰਤਰੀ ਸੀਗਾ, ਨਾਲ ਦੇ ਨਾਲ 6 ਮਹੀਨੇ ਬਾਅਦ ਉਹ ਮੰਤਰੀ ਹਟਾਤਾ ਉਹਨਾਂ ਨੇ। ਉਸ ਤੋਂ ਬਾਅਦ ਜਿਹੜੀ ਖੇਤੀਬਾੜੀ ਦਾ ਵਿਭਾਗ ਸੀ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਚਲਾ ਗਿਆ, ਅਮਰਿੰਦਰ ਸਿੰਘ ਮਹਿਲਾਂ 'ਚ ਬੈਠਾ ਸੀ। ਸੋ ਕਹਿਣ ਦਾ ਮਤਲਬ ਹੈ ਵੀ ਕਾਂਗਰਸ ਕੋਲੇ, ਅਕਾਲੀਆਂ ਕੋਲੇ ਸਿਵਾਏ ਲੁੱਟਣ ਤੋਂ ਲੋਕਾਂ ਕੋਲ ਦੀ ਨੀਤੀ ਜਿਹੜੀ ਹੈਗੀ ਹੈ
ਲੋਕਾਂ ਨੂੰ ਕਿਵੇਂ ਰੁਜ਼ਗਾਰ ਦੇਣਾ ਹੈ, ਕਿਵੇਂ ਸਕੂਲ ਦੇਣੇ ਨੇ, ਕਿਵੇਂ ਲੋਕਾਂ ਦਾ ਵਧੀਆ ਪ੍ਰਬੰਧ ਕਰਨਾ ਹੈ, ਉਹ ਕੋਈ ਨੀਤੀ ਨਹੀਂ। ਉਹਨਾਂ ਸਿਰਫ ਇੱਕੋ ਨੀਤੀ ਹੈ ਵੀ ਅਸੀਂ ਕਿੰਨਾ ਪੈਸਾ ਲੁੱਟ ਕੇ ਆਪਦਾ ਘਰ ਭਰ ਲਈਏ। ਸੋ ਆਮ ਆਦਮੀ ਪਾਰਟੀ ਆਊਗੀ ਜਿਹੜੀ ਬਿਲਕੁਲ ਆਪਦੇ ਵਾਸਤੇ ਕੰਮ ਨਹੀਂ ਕਰਦੀ, ਆਪਦੀ ਇਮਾਨਦਾਰੀ ਨਾਲ ਕੰਮ ਕਰਦੀ ਹੈ, ਲੋਕਾਂ ਦੀ ਮਤਲਬ ਨੁਮਾਇੰਦਗੀ ਕਰਦੀ ਹੈ। ਆਮ ਆਦਮੀ ਪਾਰਟੀ ਆਉਣ ਸਾਰ 881 ਏਕੜ ਜ਼ਮੀਨ ਦਾ ਲੋਕਾਂ ਤੋਂ ਪੁੱਛ ਕੇ ਵੀ ਕੀ ਕਰਨਾ ਚਾਹੀਦਾ ਹੈ, ਅਸੀਂ ਉਹ ਮਸਲਾ ਹੱਲ ਕਰਾਂਗੇ। ਅਸੀਂ ਲੋਕਾਂ ਨੂੰ ਤੁਹਾਡੇ ਸਾਹਮਣੇ ਮੰਗਾਂ ਰੱਖਦੇ ਸੁਣਿਆ। ਮੁੱਖ ਮੰਗ ਕੀ ਹੈ ਕਿ 10ਵੀਂ ਦਾ ਸਕੂਲ ਸਾਡਾ 12ਵੀਂ ਦਾ ਹੋ ਜੇ ਜੀ। ਬੱਸ ਇਸ ਪਿੰਡੋਂ ਨਹੀਂ ਸਰਕਾਰੀ ਲੱਗੀ ਹੋਈ। ਦੂਸਰੀ ਪਾਣੀ ਸਮੱਸਿਆ। ਇਹ ਬੁਨਿਆਦੀ ਲੋੜਾਂ ਨੇ, ਮੈਨੂੰ ਲੱਗਦਾ ਹੈ ਵੀ ਜਿਹੜੀਆਂ ਲੋੜਾਂ ਅੱਜ ਆਜ਼ਾਦੀ ਤੋਂ ਬਾਅਦ ਹੁਣ ਤੱਕ ਪੂਰੀਆਂ ਨਹੀਂ ਹੋਈਆਂ। ਕੀ ਕਹੋਗੇ? ਮੈਂ ਤਾਂ ਉਹਦੇ ਭਾਸ਼ਣ 'ਚ ਵੀ ਕਿਹਾ ਗੱਲ, ਹੁਣੀ ਇਹੀ ਗੱਲ ਕਹੀ ਹੈ ਵੀ ਜੇ 70 ਸਾਲ ਤੋਂ ਬਾਅਦ ਜਿੱਥੇ 1 ਕਰੋੜ ਰੁਪਈਆ ਹਰ ਮਤਲਬ ਇਹਨਾਂ ਕੋਲ ਆਉਂਦਾ ਹੈ, ਹਰੇਕ 5 ਸਾਲਾਂ ਬਾਅਦ ਆਉਂਦਾ, ਹਰੇਕ MLA ਸਰਪੰਚ ਕੋਲ ਆਉਂਦਾ, ਉਹ ਸਮੱਸਿਆ ਕਿਉਂ ਨਹੀਂ ਹੱਲ ਕਰ ਸਕੇ ਪੂਰੇ? ਜਾਂ ਤਾਂ ਨੀਤੀ ਨਹੀਂ ਸੀ, ਜਾਂ ਉਹਨਾਂ ਨੂੰ ਕੋਈ ਰੋਡ ਮੈਪ ਦਿੱਤਾ ਨਹੀਂ ਹੈਗਾ ਗਿਆ। ਮੈਂ ਵਿਧਾਨ ਸਭਾ ਦੇ ਵਿੱਚ ਮੈਂ ਕੁਐਸਚਨ ਲਾਏ ਨੇ, ਤੁਹਾਨੂੰ ਵੀ ਕੁਐਸਚਨ ਦੀ ਕਾਪੀ ਤੇ ਭੇਜ ਰਿਹਾ ਮੈਂ। ਇਹਦੇ ਵਿੱਚ ਮੈਂ ਲੋਕਾਂ ਦੇ ਪਾਣੀ ਵਾਸਤੇ, ਲੋਕਾਂ ਦੀ ਸਿਹਤ ਵਾਸਤੇ, ਔਰ ਦਵਾਈਆਂ ਵਾਸਤੇ, ਹਸਪੀਟਲਾਂ ਵਾਸਤੇ, ਇੱਕ ਚੰਗੇ ਸਮਾਜ ਨੂੰ ਸਿਰਜਣ ਵਾਸਤੇ ਜੋਨੇ ਪੱਖ ਚਾਹੀਦੇ ਨੇ, ਮੈਂ ਵਿਧਾਨ ਸਭਾ 'ਚ ਬੋਲਿਆ। ਹੁਣ ਜਿੱਥੇ ਮੁੱਖ ਮੰਤਰੀ ਬੈਠਾ, ਜਿੱਥੇ ਮੰਤਰੀ ਬੈਠੇ ਨੇ, ਜਿੱਥੇ IAS ਅਫਸਰ ਬੈਠੇ ਨੇ, ਜੇ ਡਾਇਰੈਕਟਰ ਬੈਠੇ ਨੇ, ਉੱਥੇ ਮੇਰਾ ML ਦਾ ਇੱਕ ਵਿਧਾਨ ਸਭਾ ਦੇ ਪਵਿੱਤਰ ਸਦਨ ਦੇ ਉੱਤੇ ਕੋਈ ਮੰਗ ਰੱਖ ਦੇਣੀ ਜੋ ਹਜੇ ਤੱਕ ਕਿਸੇ ਨੇ ਰੱਖੀ ਨਹੀਂ, ਮੈਂ ਉਹ ਬਹੁਤ ਵੱਡੀ ਗੱਲ ਹੈ। ਤਾਂ ਸਰਕਾਰ ਕਾਂਗਰਸ ਦੀ ਸੀ, ਉਹ ਲੋਕਾਂ ਦੇ ਜਜ਼ਬਿਆਂ ਨਾਲ ਖੇਡਦੀ ਸੀ, ਇਸ ਕਰਕੇ ਉਹਨੇ ਕੱਖ ਨਹੀਂ ਕੀਤਾ। ਆਮ ਆਦਮੀ ਪਾਰਟੀ ਜਿਹੜੇ ਮੈਂ ਲਾਏ ਨੇ ਇਹ ਕੁਐਸਚਨ, ਉਹ ਅਸੀਂ ਪੂਰਾ ਕਰਾਂਗੇ। ਬਿਲਕੁਲ ਇਹਨਾਂ ਸਵਾਲਾਂ ਦੇ ਵਿੱਚ ਗੋਬਿੰਦਪੁਰੇ ਨਾਲ ਸੰਬੰਧਿਤ ਕੋਈ ਸਵਾਲ ਤੁਸੀਂ ਵਿਧਾਨ ਸਭਾ 'ਚ ਲੈ ਕੇ ਗਏ ਹੋ? ਪਹਿਲੇ ਸਾਲ ਹੀ ਕੁਐਸਚਨ ਨੰਬਰ 264 ਜੋ ਦੀ ਮੇਰੇ ਕੋਲ ਕੁਝ ਮੁੱਦੇ ਆਈ ਸੀ, ਕੁਝ ਮੇਰੇ ਕੋਲ ਆਈ ਸੀਗੇ ਵੀ ਸਾਡੀ ਜਿਹੜੀ ਜ਼ਮੀਨ ਆਈ ਹੈ ਪਰੰਤੂ ਨੌਕਰੀ ਨਹੀਂ ਮਿਲੀ। ਮੈਂ ਪਹਿਲੇ ਸਾਲ ਹੀ 264 ਨੰਬਰ ਕੁਐਸਚਨ ਲਾਇਆ ਸੀ, ਪਰੰਤੂ ਉਹਨਾਂ ਜਵਾਬ ਦਿੱਤਾ ਸੀ ਵੀ ਸਾਨੂੰ ਮਿਲ ਲੈਣ ਲੋਕ, ਤੇ ਆ ਸਾਨੂੰ ਮਤਲਬ ਜਿਹੜੇ ਹੈਗੇ ਸੀਗੇ ਉਹਨਾਂ ਦੀ ਯੋਗਤਾ ਪੂਰੀ ਨਹੀਂ। ਮੈਂ ਇੱਕ ਦਿਨ ਸਪੀਕਰ 'ਤੇ ਹੀ ਬੋਲਿਆ, ਬਾਈ ਬਲਵੰਤ ਨੂੰ ਮੈਂ ਕਿਹਾ, ਮੈਂ ਤੁਸੀਂ ਸਪੀਕਰ 'ਤੇ ਬੋਲ ਦਿਓ ਭਾਈ, ਜਿਹੜੇ ਲੋਕ ਇਸ ਤੋਂ ਪੀੜਤ ਨੇ ਮੈਨੂੰ ਆ ਕੇ ਮਿਲਣ, ਘੱਟੋ ਘੱਟ ਮੈਂ ਜਾ ਕੇ ਉੱਥੇ ਪੇਸ਼ ਤਾਂ ਕਰਦਾ ਨਾ ਵੀ ਆਹ ਤੁਸੀਂ ਕਹਿੰਦੇ ਸੀ ਅਸੀਂ ਸਭ ਨੂੰ ਨੌਕਰੀ ਦੇਤੀ, ਆਹ ਬੈਠੇ ਨੇ ਲੋਕ ਜਿਹਨੇ ਨੌਕਰੀ ਦਿੱਤੀ ਨਹੀਂ। ਪਰੰਤੂ ਮਤਲਬ ਕੁਦਰਤੀ ਗੱਲ ਹੈ, ਪਤਾ ਨਹੀਂ ਕੀ ਹੋਇਆ ਵੀ ਮੇਰੇ ਕੋਲ ਲੋਕ ਨਹੀਂ ਆਏ ਹੈਗੇ। ਉਸ ਤੋਂ ਬਾਅਦ ਤੇ ਜੇ ਨਹੀਂ, ਮੈਂ ਇਹ ਤੋਂ ਬਾਅਦ ਦੂਜਾ ਪ੍ਰਸ਼ਨ 3-4 ਸਾਲ ਪ੍ਰਸ਼ਨ ਲਾ ਕੇ ਮੈਂ ਇਹ ਮਸਲੇ ਹੱਲ ਕਰਵਾ ਦਿੰਦਾ। MLA ਸਾਹਿਬ, ਤੁਸੀਂ ਪਿੱਛੇ ਜਿਹੇ ਇੱਕ ਲੋਕਾਂ ਦੇ ਵਿੱਚ ਗੱਲ ਕਹੀ ਹੈ, ਕਹਿੰਦੇ ਵੀ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਜਿਹੜੇ ਬੰਦ ਕੀਤੇ, ਇਹਨਾਂ ਨੇ ਕਾਂਗਰਸ ਨੇ ਬੰਦ ਕੀਤੇ, ਕੁਛ ਅਕਾਲੀਆਂ ਨੇ ਬੰਦ ਕੀਤੇ, ਕੀ ਅਸੀਂ ਉਹ ਚਲਾਵਾਂਗੇ? ਫਿਰ ਉਹ ਸਕੂਲ ਜੇ ਚਾਲੂ ਹੋ ਜਾਂਦੇ ਨੇ, ਫਿਰ ਉਹਨਾਂ ਦੇ ਬੱਚਿਆਂ 'ਚ ਭਰਤੀ ਕਰਨੀ ਪਊਗੀ, ਕਿਉਂਕਿ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਵੱਲ ਵੱਧ ਰਹੇ ਨੇ। ਫਿਰ ਉਹਨਾਂ ਬੱਚਿਆਂ ਨੂੰ ਉਹਨਾਂ ਸਕੂਲਾਂ ਤੱਕ ਕਿਵੇਂ ਲੈ ਕੇ ਆਉਂਗੇ? ਦੇਖੋ ਗੱਲ ਇੱਕ ਪਤਾ ਗੱਲ ਕੀ ਹੈ, ਐਜੂਕੇਸ਼ਨ ਇੱਕ ਇਹੋ ਜਿਹਾ ਮੁੱਦਾ ਹੈ ਜੀ ਜਿਹੜਾ ਬਾਬੇ ਨਾਨਕ ਨੇ ਕਿਹਾ ਵਿੱਦਿਆ ਵਿਚਾਰੀ ਦਾ ਪਰਉਪਕਾਰੀ, ਗੁਰਪ੍ਰਸਾਦੀ ਵਿੱਦਿਆ ਵਿਚਾਰੀ ਪੜ੍ਹ ਪਾਵੇ ਮਾਨ। ਐਜੂਕੇਸ਼ਨ ਤੋਂ ਬਿਨਾਂ ਤੁਸੀਂ ਤਰੱਕੀ ਨਹੀਂ ਕਰ ਸਕਦੇ। ਜਿੰਨਾ ਕਿ ਤੁਹਾਡਾ ਬੱਚਾ ਐਜੂਕੇਸ਼ਨ ਨਹੀਂ ਪ੍ਰਾਪਤ ਕਰਦਾ, ਤੁਸੀਂ ਭਾਵੇਂ ਉਹ ਖੇਤੀ ਕਰ ਲੇ, ਭਾਵੇਂ ਦੁਕਾਨ ਕਰ ਲੇ, ਭਾਵੇਂ ਹੋਰ ਕਰ ਲੇ, ਭਾਵੇਂ ਜੱਟਾਂ ਦਾ ਮੁੰਡਾ ਜੇ ਐਜੂਕੇਸ਼ਨ ਪ੍ਰਾਪਤ ਕਰਦਾ ਹੈ, ਉਹਨੂੰ ਪਤਾ ਵੀ ਮੈਂ ਬੀਜ ਕਿੰਨਾ ਪਾਉਣਾ, ਕਿਵੇਂ ਪਾਉਣਾ, ਉਹ ਚੰਗੀ ਖੇਤੀ 1 ਸਾਲ ਹੀ ਪੜੂਗਾ, ਉਹਨੂੰ ਪਤਾ ਮੈਂ ਦੁੱਧ ਕਿੰਨਾ ਪਾਉਣਾ, ਮੈਂ ਕਿੰਨਾ ਹਿਸਾਬ ਕਿਤਾਬ ਰੱਖਾਂ, ਮੈਂ ਕਿੰਨਾ ਆੜਤ ਤੋਂ ਪੈਸੇ ਲਿਆਇਆ, ਮੈਂ ਹਿਸਾਬ ਕਿਤਾਬ ਰੱਖਾਂ। ਐਜੂਕੇਸ਼ਨ ਮਸਟ ਹੈ। ਐਜੂਕੇਸ਼ਨ ਹੀ ਵਿਕਾਸ ਦੀ ਪੌੜੀ ਇੱਕ ਰਾਹ ਹੈ, ਪਵਿੱਤਰ ਹੈ, ਜਿਹਦਾ ਰਾਹ ਜਿਹੜੀ ਸੜਕ ਹੈ ਐਜੂਕੇਸ਼ਨ ਵਿਕਾਸ ਦੀ, ਉਹ ਸਕੂਲਾਂ ਵਿੱਚ ਟੱਪਦੀ ਹੈ। ਸੋ ਟੀਚਰ ਭਰਤੀ ਕਰਨੇ ਚਾਹੀਦੇ ਨੇ। ਲੋਕ ਟੀਚਰ ਦਾ ਵਾਧੂ ਫਿਰਦੇ ਨੇ, ਉਹ ਟੈਂਕੇ ਜਿਹੜੇ ਬੈਠੇ ਨੇ, ਉਹ ਤਾਂ ਮਤਲਬ ਬਕਾਇਦਾ ਮਰਨ ਵਰਤੇ ਬੈਠੇ ਨੇ, ਉਹ ਧਰਨੇ 'ਤੇ ਬੈਠੇ ਨੇ। ਸਕੂਲ ਖੋਲ੍ਹੋ, ਹਰੇਕ 2 ਕਿਲੋਮੀਟਰ ਦੇ ਵਿੱਚ ਇੱਕ ਸਕੂਲ ਹੋਣਾ ਚਾਹੀਦਾ ਪ੍ਰਾਇਮਰੀ ਜੀ। ਬਿਲਕੁਲ ਅੱਜ 1300 ਸਕੂਲ ਇਹਨਾਂ ਨੇ ਖਾਲੀ ਕਰਤਾ। ਮੈਂ ਵਿਧਾਨ ਸਭਾ 'ਚ ਗੈਰ ਸਰਕਾਰੀ ਮਤਾ ਵੀ ਰੱਖਿਆ ਸੀ ਅਸੀਂ, ਅਚਨਚੇਤ ਖਾਲੀ ਕਰਤਾ। ਕਿਉਂ ਖਾਲੀ ਹੋ ਗਏ ਉਹ? ਕਿਉਂਕਿ ਟੀਚਰਾਂ ਨੂੰ ਕੋਈ ਰੋਡ ਮੈਪ ਦਿੱਤਾ ਨਹੀਂ, ਟੀਚਰਾਂ ਨੂੰ ਕਿਸੇ ਕਿਸਮ ਦੀ ਇਹਨਾਂ ਨੇ ਕੋਈ ਸਹੂਲਤ ਨਹੀਂ ਦਿੱਤੀ। ਟੀਚਰਾਂ ਨੂੰ ਕੋਈ ਐ ਨਹੀਂ ਕਿਹਾ ਵੀ ਭਾਈ ਤੁਸੀਂ ਪੜ੍ਹਾਉਣਾ ਕਿਵੇਂ ਹੈ। ਉਹ ਦੁਖੀ ਹੋ ਕੇ ਮਾਪੇ ਜਿਹੜੇ ਪ੍ਰਾਈਵੇਟ ਸਕੂਲਾਂ ਲਾਈ ਜਾਂਦੇ ਨੇ। ਜੇ ਚੰਗੇ ਸਕੂਲ ਹੋਣਗੇ ਜਿਵੇਂ ਦਿੱਲੀ ਦੇ ਵਿੱਚ ਹੈ, ਤਾਂ ਅਸੀਂ ਕਿਉਂ ਇੰਨੇ ਮਹਿੰਗੇ ਫੀਸਾਂ ਦਈਏ, ਕਿਉਂ ਬੱਸਾਂ ਦੇ ਪੈਸੇ ਲਾਈਏ? ਸੋ ਇਸ ਆਮ ਆਦਮੀ ਪਾਰਟੀ ਆਊਗੀ, ਤੁਸੀਂ ਦੇਖੋਗੇ ਐਜੂਕੇਸ਼ਨ ਤੇ ਹੈਲਥ ਦੇ ਵਿੱਚ ਬਹੁਤ ਵੱਡਾ ਇਨਕਲਾਬ ਆਊਗਾ। ਰਜਿੰਦਰ ਕਿਸਾਨ ਆਗੂ ਹੈ, ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨਾਂ ਦੀ ਅਗਵਾਈ ਕਰਦੇ ਨੇ। ਇਸ ਤੋਂ ਬਾਅਦ ਬਾਈ ਗੋਲਡੀ ਲਾਦੇਨ ਨਾਲ ਵੀ ਗੱਲਬਾਤ ਕਰਾਂਗੇ। ਰਜਿੰਦਰ, ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਹੋ, ਕਾਂਗਰਸ ਅਕਾਲੀ ਕਿਉਂ ਨਹੀਂ? ਇਹਨਾਂ ਨੂੰ 70 ਸਾਲ ਹੋ ਗਏ ਜੀ ਵੇਖਦਿਆਂ ਨੂੰ, ਕਾਂਗਰਸ ਨੂੰ ਵੀ ਅਕਾਲੀ ਤਾਂ ਅਸੀਂ 2011 'ਚ ਹੀ ਵੇਖ ਲਏ ਸੀਗੇ, ਜਦੋਂ ਆ ਸਾਡੀਆਂ ਮਾਈਆਂ ਖੜੀਆਂ ਨੇ ਹਲੇ ਤੱਕ ਵਿਚਾਰੀਆਂ ਸਿੱਧੀਆਂ ਨਹੀਂ ਤੁਰ ਸਕਦੀਆਂ। ਇਹਨਾਂ ਨੇ ਇੰਨਾ ਇੱਥੇ ਤਸ਼ੱਦਦ ਕੀਤਾ, ਹਰ ਇੱਕ ਸਾਡੀਆਂ ਮਾਵਾਂ ਭੈਣਾਂ 'ਤੇ ਵੀ ਕੇਸ ਨੇ। ਤੇ ਕਾਂਗਰਸ ਦਾ ਵੀ ਵੇਖ ਲਿਆ, ਕਾਂਗਰਸ ਸਿਰਫ ਪੈਸੇ ਬਟੋਰੂ ਨੇ। ਸਾਡੇ ਪਿੰਡ ਦੇ ਹਾਲਾਤ ਇਹੋ ਜਿਹੇ ਕਰਤੇ, ਕੋਈ ਵੀ ਆਗੂ ਉਹਨਾਂ ਕੋਲੇ ਜਾਂਦਾ ਹੈ, ਪਹਿਲੀ ਗੱਲ ਤਾਂ ਆਗੂ ਹੀ ਭਾਲਦਾ ਵੀ ਕੁਛ ਨਾ ਕੁਛ ਲਿਆਓ, ਫਿਰ ਉਹ ਗਾਹਾਂ ਮੰਗ ਲੈਂਦੇ ਨੇ। ਠੀਕ ਹੈ, ਮੇਰੇ ਕੋਲੇ ਉਦਾਹਰਨਾਂ ਨੇ ਇਸ ਗੱਲ ਦੀਆਂ, ਮੈਂ ਤੱਥਾਂ ਦੇ ਆਧਾਰ ਤੇ ਗੱਲ ਕਰ ਰਿਹਾ, ਕੋਈ ਵੈਸੇ ਨਹੀਂ ਕਰ ਰਿਹਾ। ਅੱਜ ਜਿਹੜੀ ਕਾਂਗਰਸ ਦੇ ਵਿੱਚ ਪੰਚਾਇਤ ਦੇ ਵਿੱਚ ਚਾਰ ਮੈਂਬਰਾਂ ਦਾ ਕੋਰਮ ਹੈ, ਸਾਡੇ ਚਾਰੇ ਮੈਂਬਰ ਆ ਖੜਿਆ ਜੁਆਇਨ ਕਰ ਗਏ।
ਤੁਸੀਂ ਕੀ ਆਸ ਕਰੋਗੇ ਉਸ ਸਰਕਾਰ ਤੋਂ? ਇਹਨਾਂ ਨੇ ਲੁੱਟਣ ਦੀ ਨੀਤੀ ਬਣਾਈ ਹੋਈ ਹੈ। 4 ਸਾਲ ਇੱਕ ਲੁੱਟਦਾ, 2 ਮਹੀਨੇ ਪਹਿਲਾਂ ਇੱਕ ਨੂੰ ਲੈ ਕੇ ਖੜਾ ਕਰ ਦਿੰਦੇ ਨੇ। ਹੁਣ ਇੱਕ ਵਿਚਾਰੀ ਇਧਰੋਂ ਇਲਾਕੇ ਚੋਂ ਨਵੀਂ ਹੈ, ਰਣਵੀਰ ਕੌਰ ਮੀਆਂ। ਮੈਂ ਇਹੀ ਗੱਲ ਕਰ ਰਿਹਾ ਸੀ, ਕਾਂਗਰਸ ਪਾਰਟੀ ਨੇ ਬੁਢਲਾਡਾ ਹਲਕੇ ਦੇ ਵਿੱਚ ਜਿੰਨੇ ਵੀ ਸੰਭਾਵੀ ਉਮੀਦਵਾਰ ਸੀ ਹਾਂਜੀ ਸਾਰਿਆਂ ਨੂੰ ਇੱਕ ਪਾਸੇ ਕਰਤਾ, ਸਾਰਿਆਂ ਨੂੰ ਨਕਾਰਤਾ ਤੇ ਬਹੁਤ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਨਾਰਾਜ਼ ਵੀ ਹੋ ਰਹੇ ਨੇ ਤੇ ਧੜਾ ਆਮ ਆਦਮੀ ਪਾਰਟੀ ਸ਼ਾਮਲ ਵੀ ਹੋ ਰਹੇ ਨੇ ਤੇ ਉਹਨਾਂ ਨੂੰ ਫਿਰ ਸਦੂਗਲ ਹਲਕੇ ਦੇ ਵਿੱਚੋਂ ਡਾਕਟਰ ਰਣਵੀਰ ਕੌਰ ਮੀਆਂ ਚਰਚਾ ਇਹ ਚੱਲੀ ਹੋਈ ਹੈ ਕਿ ਆਮ ਆਦਮੀ ਪਾਰਟੀ ਜੇਕਰ ਬੁੱਧਰਾਮ ਪ੍ਰਿੰਸੀਪਲ ਬਣ ਜਾਂਦੇ ਨੇ, ਲੋਕ ਚਰਚਾ ਇਹ ਜਿਹੜੇ ਆਮ ਲੋਕ ਖੁੰਡਾ ਦੇ ਬੈਠੇ ਕਰਦੇ ਨੇ, ਉਹ ਕਹਿ ਰਹੇ ਨੇ ਵੀ ਪ੍ਰਿੰਸੀਪਲ ਬੁੱਧਰਾਮ ਜੇ ਆਮ ਆਦਮੀ ਪਾਰਟੀ 'ਚ ਇਸ ਵਾਰ ਐਮਐਲਏ ਦੁਬਾਰੇ ਬਣ ਜਾਂਦੇ ਨੇ ਤਾਂ ਕੋਈ ਨਾ ਕੋਈ ਮੰਤਰੀ ਹੋਣਗੇ ਤੇ ਇਸ ਲਈ ਇਹਨਾਂ ਨੂੰ ਹਰਾਉਣ ਦੇ ਲਈ ਖਾਸ ਕਰ ਉਹਨਾਂ ਨੇ ਡਾਕਟਰ ਰਣਵੀਰ ਕੌਰ ਮੀਆਂ ਨੂੰ ਲਿਆਂਦਾ। ਕੀ ਕਹੋਗੇ? ਬਿਲਕੁਲ ਜੀ, ਪਹਿਲੀ ਗੱਲ ਤਾਂ ਇਹ ਲੋਕ ਸਿਆਣੇ ਹੋ ਚੁੱਕੇ ਆ, ਕਿਉਂਕਿ ਜਿਹੜੇ ਸਾਡੇ ਪ੍ਰਿੰਸੀਪਲ ਸਾਹਿਬ ਨੇ ਇਸ ਵਾਰ ਸਿੱਖਿਆ ਮੰਤਰੀ ਬਣਨ ਜਾ ਰਹੇ ਨੇ। ਇਹ ਤੈਅ ਹੈ, ਇਲਾਕੇ ਦਾ ਵਿਕਾਸ ਹੋਊਗਾ। ਪਹਿਲਾਂ ਸਾਡੇ ਉਦਾਹਰਨ ਹੈ ਵੀ ਜਿਹਦੀ ਸਰਕਾਰ ਹੁੰਦੀ ਹੈ ਉਹਦੇ ਉਲਟ ਇੱਥੇ ਮਤਲਬ ਕਿ ਜਿੱਤਦਾ ਜਾਂ ਹਾਰਦਾ। ਤੋ ਲੋਕ ਇਸ ਵਾਰ ਇਸ ਰਿਕਾਰਡ ਨੂੰ ਤੋੜਨ ਜਾ ਰਹੇ ਨੇ। ਕਾਂਗਰਸ ਦੀਆਂ ਜਿਹੜੀਆਂ ਨੀਤੀਆਂ ਨੇ ਵੀ 4 ਸਾਲ 4.5 ਸਾਲ ਲੁੱਟੋ, 6 ਮਹੀਨੇ ਪਹਿਲਾਂ ਰੌਲਾ ਪਵਾਓ ਮੈਂ ਦਾਅਵੇਦਾਰ ਹਾਂ, ਇੱਕ ਫਿਰ ਨਵਾਂ ਚਿਹਰਾ ਲਿਆ ਕੇ ਉੱਥੇ ਖੜਾ ਕਰ ਦਿਓ ਜਿਹਨੂੰ ਕੋਈ ਨਾ ਜਾਣਦਾ ਹੋਵੇ। ਉਸ ਤੋਂ ਬਾਅਦ ਉਸ ਨੂੰ ਜਿੱਤਣਾ ਤਾਂ ਹੁੰਦਾ ਹੀ ਨਹੀਂ, ਫਿਰ ਹਲਕਾ ਇੰਚਾਰਜ ਲਾਓ, ਫਿਰ ਉਹ ਲੁੱਟੂ, ਫਿਰ ਕੋਈ ਨਵਾਂ ਲਿਆਓ, ਕਿਉਂਕਿ ਇਹਨਾਂ ਕੋਲੇ ਕੋਈ ਤੋੜਾ ਨਹੀਂ। ਠੀਕ ਹੈ, ਪੈਸਿਆਂ ਵਾਲੀ ਪਾਰਟੀ ਹੈ, ਪੈਸਿਆਂ ਨਾਲ ਟਿਕਟਾਂ ਮਿਲਦੀਆਂ ਨੇ, ਬੜਾ ਕੁਝ ਇੱਥੇ ਹੁੰਦਾ ਹੈ। ਤਾਂ ਕਰਕੇ ਜੋ ਆਮ ਆਦਮੀ ਪਾਰਟੀ ਹੈ, ਮੈਂ ਤਾਂ ਇਲਾਕੇ ਦੇ ਲੋਕਾਂ ਨੂੰ ਇਹ ਅਪੀਲ ਕਰੂੰਗਾ ਵੀ ਜਿਹੜੇ ਸਾਡੇ ਪ੍ਰਿੰਸੀਪਲ ਸਾਹਿਬ ਨੇ ਉਹ ਇਸ ਵਾਰ ਸਿੱਖਿਆ ਮੰਤਰੀ ਬਣਨ ਜਾ ਰਹੇ ਨੇ, ਘੱਟੋ ਘੱਟ ਐਜੂਕੇਸ਼ਨ ਦਾ ਤੇ ਆਪਣੇ ਇਲਾਕੇ ਦਾ। ਬਾਕੀ ਭਗਵੰਤ ਮਾਨ ਸਾਹਿਬ ਨੇ ਜੋ ਇੱਥੇ ਆਪਣੇ ਇਲਾਕੇ ਦੇ ਸੀਐਮ ਬਣਨ ਜਾ ਰਹੇ ਨੇ, ਸਰਕਾਰ ਤੈਅ ਹੈ, ਆਪਣੇ ਇਲਾਕੇ ਦਾ ਵਿਕਾਸ ਹੋਊਗਾ। ਤਾਂ ਕਰਕੇ ਸਿਆਣੇ ਹੋ ਕੇ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ, ਕਿਉਂਕਿ 70 ਸਾਲਾਂ ਤੋਂ ਇਹਨਾਂ ਨੇ ਕੁਝ ਨਹੀਂ ਸਵਾਰਿਆ। ਜੇ 5 ਸਾਲ ਆਪਾਂ ਆਮ ਆਦਮੀ ਨੂੰ ਦੇ ਕੇ ਦੇਖ ਲਈਏ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਚੜ੍ਹਦੀ ਜਵਾਨੀ ਨੂੰ ਅਗਵਾਈ ਕਰਤੇ ਮਿਲ ਜਾਣ, ਜੇ ਚੜ੍ਹਦੀ ਜਵਾਨੀ ਨੂੰ ਕੋਈ ਰਾਹ ਦੱਸਣ ਵਾਲਾ ਮਿਲ ਜਾਏ ਤਾਂ ਉਹਨਾਂ ਰਾਹਾਂ ਦੇ ਵਿੱਚ ਇਹ ਰਾਹ ਦੱਸਣ ਵਾਲੇ ਮੇਰੇ ਨਾਲ ਖੜੇ ਨੇ ਬਾਈ ਗੋਲਡੀ ਲਾਦੇਨ ਜੀ, ਜਿਨ੍ਹਾਂ ਦੇ ਨਾਲ ਸੈਂਕੜੇ ਹਜ਼ਾਰਾਂ ਨੌਜਵਾਨ ਇੱਕ ਕਾਲ ਦਿੱਤੇ ਤੇ ਪਿੱਛੇ ਜੇ ਪਟਿਆਲਾ 'ਚ ਰੈਲੀ ਹੁੰਦੀ ਹੈ ਤਖਤ ਹਿਲਾਓ ਜੀ, ਅੱਜ ਬੁਲਾਡੇ ਤਖਤ ਹਿਲਾ ਰਹੇ ਹੋ। ਦੇਖੋ ਪਹਿਲਾਂ ਤਾਂ ਤੁਹਾਨੂੰ ਜਿਹੜੇ ਦਰਸ਼ਕ ਦੇਖ ਰਹੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਆ, ਧੰਨਵਾਦ ਤੁਸੀਂ ਇੱਥੇ ਆ ਕੇ ਸਾਡੀ ਗੱਲ ਰੱਖੀ ਹੈ। ਮੈਂ ਤਾਂ ਇਹੀ ਗੱਲ ਕਹੂੰਗਾ, ਤਖਤ ਸ਼ੁਰੂ ਤੋਂ ਹੀ ਹਿਲਾਇਆ ਪੰਜਾਬ ਨੇ, ਅੱਜ ਤੋਂ ਨਹੀਂ ਸ਼ੁਰੂ ਤੋਂ, ਪਰ ਤਖਤ ਹਿਲਾਇਆ ਜ਼ਾਲਮਾਂ ਦਾ ਜਿਨ੍ਹਾਂ ਨੇ ਜ਼ੁਲਮ ਕੀਤਾ। ਜਦੋਂ ਇਹ ਦਿੱਲੀ ਦੇ ਤਖਤ ਤੇ ਜ਼ਾਬਰ ਬੈਠੇ, ਜਦੋਂ ਜ਼ੁਲਮੀ ਬੈਠੇ, ਇਹ ਧਰਤੀ ਪੰਜਾਬ ਦੀ ਨੇ ਉਸ ਜ਼ਾਲਮ ਤੇ ਜ਼ੁਲਮ ਕਰਨ ਵਾਲਿਆਂ ਨੂੰ ਵੰਗਾਰਿਆ ਆ। ਅੱਜ ਇਸ ਧਰਤੀ ਦੇ ਉੱਤੇ ਫੇਰ ਇੱਕ ਵਾਰੀ ਜਦੋਂ ਨਰਿੰਦਰ ਮੋਦੀ ਹੰਕਾਰ ਦਾ ਮੜਕਾ ਸਿਰ ਤੇ ਰੱਖ ਕੇ ਬੈਠ ਗਿਆ ਸੀਗਾ ਤੇ ਕਹਿੰਦਾ ਸੀਗਾ ਮੈਂ ਪਿੱਛੇ ਨਹੀਂ ਹਟਦਾ, ਤਾਂ ਇਹ ਧਰਤੀ ਨੇ ਫੇਰ ਆਵਾਜ਼ ਚੱਕੀ ਤੇ ਉਸ ਹੰਕਾਰੀ ਬੰਦੇ ਦੇ ਧੌਣ ਚੋਂ ਕਿੱਲਾ ਕੱਢ ਕੇ ਆਪ ਦੀ ਜਿੱਤ ਹਾਸਲ ਕਰਕੇ ਵਾਪਸ ਆਏ ਆ। ਤਖਤ ਹਮੇਸ਼ਾ ਪੰਜਾਬ ਨੇ ਹਿਲਾਇਆ, ਅੱਜ ਤੋਂ ਨਹੀਂ ਸਦੀਆਂ ਤੋਂ ਹਿਲਾਉਂਦੇ ਆਏ ਆ। ਬਾਬੇ ਨਾਨਕ ਨੇ ਜਦੋਂ ਇੱਥੇ ਬਾਬਰ ਆਇਆ ਤਾਂ ਉਹਨੂੰ ਜ਼ਾਬਰ ਕਹਿ ਕੇ ਬੁਲਾਇਆ। ਇਨਕਲਾਬ ਤਾਂ ਉਦੋਂ ਹੀ ਸ਼ੁਰੂ ਹੋ ਗਿਆ ਸੀਗਾ ਜਿੱਦਣ ਬਾਬਰ ਨੂੰ ਜ਼ਾਬਰ ਕਿਹਾ। ਸੋ ਇਹ ਪੰਜਾਬ ਦੀ ਧਰਤੀ ਹੈ, ਇੱਥੋਂ ਭਗਤ ਸਿੰਘ ਪੈਦਾ ਹੋਇਆ, ਇੱਥੋਂ ਉਦਮ ਸਿੰਘ ਪੈਦਾ ਹੋਇਆ, ਇੱਥੋਂ ਕਰਤਾਰ ਸਿੰਘ ਸਰਾਭਾ ਪੈਦਾ ਹੋਇਆ, ਇੱਥੇ ਚੰਦਰ ਸ਼ੇਖਰ ਆਜ਼ਾਦ ਪੈਦਾ ਹੋਇਆ, ਇੱਥੇ ਹਜ਼ਾਰਾਂ ਮਾਵਾਂ ਦੇ ਪੁੱਤ ਹੱਸ ਕੇ ਫਾਂਸੀਆਂ ਤੇ ਚੜ੍ਹੇ ਐ। ਇੱਥੇ ਉਹ ਮਾਵਾਂ ਨੇ ਰਹਿੰਦੀਆਂ ਜਿਨ੍ਹਾਂ ਨੇ ਆਪਦੇ ਪੁੱਤਰਾਂ ਦੇ ਟੋਟੇ ਗਲਾਂ 'ਚ ਪਵਾ ਕੇ ਵੀ ਇਸ ਇਨਕਲਾਬ ਦੇ ਨਾਅਰੇ ਨੂੰ ਬੁਲੰਦ ਕੀਤਾ, ਇਸ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ। ਇਹ ਧਰਤੀ ਬੜੀ ਪਵਿੱਤਰ ਹੈ, ਇਹ ਧਰਤੀ ਦੇ ਕਣ-ਕਣ ਦੇ ਵਿੱਚ ਸ਼ਹੀਦਾਂ ਦਾ ਖੂਨ ਹੈ, ਇਹ ਧਰਤੀ ਦੇ ਕਣ-ਕਣ ਵਿੱਚ ਵੀਰਤਾ ਹੈ। ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ, ਸਾਡੇ ਤੇ ਰਾਜ ਕਰਨ ਵਾਲਿਆਂ ਲੋਕਾਂ ਨੇ ਇਹ ਧਰਤੀ ਨੂੰ ਗੁਲਾਮ ਬਣਾਤਾ, ਇਹ ਧਰਤੀ ਨੂੰ ਨਿਲਾਮ ਕਰਤਾ। ਉਹਨਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੇ ਸਿਰਫ ਆਪਦੇ ਢਿੱਡ ਭਰੇ, ਆਪਦੇ ਕੋਠੀਆਂ ਕਾਰਾਂ ਤੇ ਕੁਰਸੀ ਦੇ ਛੋਟੇ ਲਾਲਚਾਂ ਕਰਕੇ ਸਾਡੇ ਹੱਕ ਮਾਰ ਦਿੱਤੇ। ਅੱਜ ਅਸੀਂ ਬਾਹਰ ਨੂੰ ਜਾਈ ਜਾਂਦੇ ਹਾਂ, ਭੱਜੀ ਜਾਂਦੇ ਹਾਂ, ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਹਾਂ ਇਸ ਧਰਤੀ ਨੂੰ ਛੱਡ ਕੇ। ਉਹਦਾ ਕਾਰਨ ਇਹ ਹੈ ਸਾਡਾ ਇੱਥੇ ਲੋਕਾਂ ਦਾ, ਨੌਜਵਾਨਾਂ ਦਾ ਵਿਸ਼ਵਾਸ ਟੁੱਟ ਚੁੱਕਿਆ ਆ ਕਿ ਸਾਡਾ ਇੱਥੇ ਕੋਈ ਹੁਣ ਅੱਗੇ ਭਵਿੱਖ ਨਹੀਂ ਬਚਿਆ। ਪਰ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਭਰਾਵੋ ਸਬਰ ਰੱਖੋ। 1 ਮਹੀਨੇ ਦੀ ਗੱਲ ਆ, ਪੰਜਾਬ ਦੀ ਹਵਾ ਜਿਹੜੀ ਆ ਉਹ ਬਦਲਾਅ ਮੰਗ ਰਹੀ ਹੈ। ਜਦੋਂ ਅਸੀਂ ਕਿਤੇ ਕੰਮ ਕਰਦੇ ਹੋਈਏ ਤੇ ਪਸੀਨਾ ਆਉਂਦਾ ਤਾਂ ਹਵਾ ਲੱਗਦੀ ਹੈ, ਠੰਡਕ ਮਹਿਸੂਸ ਹੁੰਦੀ ਹੈ ਨਾ ਸਰੀਰ ਨੂੰ। ਅਸੀਂ ਜਦੋਂ ਪੂਰੇ ਪੰਜਾਬ 'ਚ ਜਾਂਦੇ ਆ ਨਾ ਤਾਂ ਮੈਨੂੰ ਇਸ ਹਵਾ ਦੇ ਨਾਲ ਇੱਕ ਠੰਡਕ ਮਹਿਸੂਸ ਹੁੰਦੀ ਹੈ। ਇਹ ਹਵਾ, ਇਹ ਪੌਣ, ਇਹ ਪਾਣੀ, ਇਹ ਦਰਖਤ ਜਿਹੜੇ ਵੇਖਣ ਵਾਲੇ ਨੇ ਉਹਨਾਂ ਨੂੰ ਪਤਾ ਲੱਗੂਗਾ ਇਹ ਬਦਲਾਅ ਮੰਗ ਰਿਹਾ।
ਭਗਤ ਸਿੰਘ ਹੁਣੀ ਕਿਤੇ ਨਹੀਂ ਗਏ। ਅੰਗਰੇਜ਼ਾਂ ਨੂੰ ਲੱਗਦਾ ਸੀ ਕਿਤੇ ਸਰੀਰ ਦੇ ਖਤਮ ਕਰਨਾ ਭਗਤ ਸਿੰਘ ਖਤਮ ਹੋ ਜਾਊਗਾ, ਪਰ ਉਹਦੀ ਵਿਚਾਰਧਾਰਾ ਜਿਉਂਦੀ ਹੈ। ਵੇਖਣ ਵਾਲੇ ਦੀ ਅੱਖ ਚਾਹੀਦੀ ਹੈ। ਤੁਹਾਡੇ ਵਿੱਚ ਚੌਂਕਾਂ ਕਚਹਿਰੀਆਂ 'ਚ ਭਗਤ ਸਿੰਘ ਅੱਜ ਵੀ ਵਿਚਰ ਰਿਹਾ ਹੈ, ਬਸ ਉਹ ਦੇਖਣ ਵਾਲੀ ਅੱਖ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਉੱਤੇ ਇੱਕ ਉਮੀਦ ਕੀਤੀ ਜਾਂਦੀ ਹੈ। ਸੋ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਆਮ ਆਦਮੀ ਪਾਰਟੀ ਦੇ ਨਾਲ ਇੱਕ ਵਾਰੀ ਜੁੜੋ। ਆਪਾਂ ਆਪਣੇ ਪੰਜਾਬ ਤੇ ਪੰਜਾਬੀਅਤ ਤੇ ਆਉਣ ਵਾਲੇ ਸਮਾਜ ਦੇ ਲਈ ਤੇ ਨੌਜਵਾਨਾਂ ਦੇ ਚੰਗੇ ਭਵਿੱਖ ਦੇ ਲਈ ਲੜੀਏ। ਬੁਢਲਾਡੇ ਹਲਕੇ 'ਚ ਵਿਚਰਦੇ ਹੋ, ਖਾਸ ਕਰ ਨੌਜਵਾਨਾਂ ਦੇ ਨਾਲ ਰਹਿੰਦੇ ਹੋ। ਬਹੁਤ ਤਾਦਾਦ ਅਸੀਂ ਦੇਖਦੇ ਹਾਂ, ਬਹੁਤ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਪੀੜ੍ਹੀ ਜੁੜੀ ਹੋਈ ਹੈ। ਕੀ ਲੱਗਦਾ ਹੈ ਬੁਢਲਾਡੇ ਹਲਕੇ 'ਚ ਨੂੰ ਦਿੱਤਾ ਬਹੁਤ ਕੁਛ ਹੈ। ਬੁਢਲਾਡੇ ਹਲਕੇ ਦੇ ਹਰ ਖੇਤਰ 'ਚ ਮੱਲਾਂ ਮਾਰਦੇ ਆ। ਤੁਸੀਂ ਜਿਹੜੇ ਮਰਜ਼ੀ ਖੇਤਰ 'ਚ ਨਿਗਾਹ ਮਾਰੋਗੇ, ਚਾਹੇ ਸਪੋਰਟਸ ਹੋਵੇ, ਚਾਹੇ ਐਜੂਕੇਸ਼ਨ ਹੋਵੇ, ਚਾਹੇ ਡਾਕਟਰੀ ਪੇਸ਼, ਕਿਸੇ ਵੀ ਖੇਤਰ 'ਚ ਲਾ ਲਓ। ਪਰ ਲੀਡਰਾਂ ਨੇ, ਸਿਆਸਤਦਾਨਾਂ ਨੇ ਜਿਹੜਾ ਬੈਕਵਰਡ ਦਾ ਲੋਗੋ ਅੱਜ ਵੀ ਸਾਡੇ ਤੋਂ ਉਵੇਂ ਦਾ ਉਵੇਂ ਹੀ ਲਾ ਕੇ ਰੱਖਿਆ ਹੋਇਆ ਹੈ। ਸਿਰਫ ਲੀਡਰਾਂ ਪੱਖੋਂ ਘਾਟ ਹੈ, ਹੋਰ ਲੋਕਾਂ ਪੱਖੋਂ ਕੋਈ ਘਾਟ ਨਹੀਂ। ਕੀ ਕਹਿਣਾ ਚਾਹੋਗੇ? ਦੇਖੋ, ਅਫਸੋਸ ਨਾਲ ਕਹਿਣਾ ਪੈਂਦਾ ਹੈ, ਪਾਣੀ ਦੀ ਸਮੱਸਿਆ, ਰੁਜ਼ਗਾਰ ਦੀ ਸਮੱਸਿਆ, ਸੀਵਰੇਜ ਦੀ ਸਮੱਸਿਆ, ਇਹ ਉਹ ਸਮੱਸਿਆਵਾਂ ਸੀ ਜਦੋਂ ਦੇਸ਼ ਆਜ਼ਾਦ ਹੋਇਆ ਸੀ, ਪਹਿਲੀ ਸਰਕਾਰ ਬਣੀ ਸੀ, ਇਹ ਉਦੋਂ ਹੀ ਪੂਰੇ ਹੋ ਜਾਣੇ ਚਾਹੀਦੇ ਸੀ। ਪਰ ਅਫਸੋਸ ਹੈ ਵੀ ਇਹ ਬੁਨਿਆਦੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਅੱਜ ਵੀ ਉਵੇਂ ਦੀ ਉਵੇਂ ਪਈਆਂ ਨੇ। ਸਾਡੇ ਚੁੱਲ੍ਹਿਆਂ ਦੀ ਅੱਗ ਜਿਹੜੀ ਉਹ ਠੰਡੀ ਹੋ ਚੁੱਕੀ ਆ ਤੇ ਸਾਡੇ ਸੀਵਿਆਂ ਦੀ ਲਾਟ ਅਸਮਾਨਾਂ ਨੂੰ ਛੂਹ ਰਹੀ ਹੈ। ਅੱਜ ਥਾਂ ਥਾਂ ਦੇ ਉੱਤੇ ਮਾਵਾਂ ਬੈਠੀਆਂ ਰੋਂਦੀਆਂ ਤੁਹਾਨੂੰ ਬਿਲਕਦੀਆਂ ਪੰਜਾਬ ਦੀ ਧਰਤੀ ਤੇ ਵੇਖਣਗੀਆਂ। ਤੁਸੀਂ ਜਾ ਕੇ ਕਦੇ ਦਰਦ ਵੇਖੋ। ਮੈਂ ਉਹਨਾਂ ਲੀਡਰਾਂ ਨੂੰ ਕਹਿਣਾ, ਜਿਹੜੇ ਲੀਡਰ ਕਹਿੰਦੇ ਅਸੀਂ ਫਲਾਣਾ ਕਰ ਦਾਂਗੇ, ਅਸੀਂ ਢਿਮਕੜਾ ਕਰ ਦਿਓ, ਕਦੇ ਸਾਡੀਆਂ ਮਾਵਾਂ ਕੋਲੇ ਜਾ ਕੇ ਪੁੱਛੋ ਉਹਨਾਂ ਦਾ ਦਰਦ ਕੀ ਹੈ। ਸਾਡੇ ਅੱਖਾਂ 'ਚੋਂ ਝਲਕਦਾ। ਸਾਡੇ ਹੁਣ ਅੱਖਾਂ ਦਾ ਪਾਣੀ ਮੁੱਕ ਚੱਲਿਆ ਯਾਰ, ਸਾਡੇ ਅੱਖਾਂ ਦੇ ਪਾਣੀ ਸੁੱਕ ਚੱਲਿਆ। ਅਸੀਂ ਇੰਨੇ ਕੁ ਦਰਦੀ ਹੋ ਚੁੱਕੇ ਹਾਂ ਵੀ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਦਰਦ ਕਿਹੜਾ ਹੈ ਜਿਹੜਾ ਸਾਡੇ ਸਰੀਰ ਨੂੰ ਜ਼ਿਆਦਾ ਦੁੱਖ ਦੇ ਰਿਹਾ ਹੈ। ਅਸੀਂ ਇੰਨੇ ਕੁ ਦਰਦੀ ਲੋਕ ਹੋ ਚੁੱਕੇ ਹਾਂ। ਇਹ ਉਹ ਪੰਜਾਬ ਜਿਹੜਾ ਹੱਸਣ ਖੇਡਣ ਵਾਲਾ ਪੰਜਾਬ ਸੀ ਅੱਜ ਦਰਦੀ ਹੋ ਗਿਆ। ਸੋ ਮੇਰੇ ਪੰਜਾਬ ਵਾਲਿਆਂ ਨੂੰ ਬੇਨਤੀ ਆ, ਇਸ ਵਾਰੀ ਆਪਾਂ ਧਰਤੀ ਲਈ ਲੜੀਏ। ਇਸ ਵਾਰ ਦੀਆਂ ਵੋਟਾਂ ਨੇ ਜਿਹੜੀਆਂ, ਕਿਸੇ ਲੀਡਰ ਵਾਸਤੇ ਨਾ ਜਾਈਏ, ਕਿਸੇ ਲੀਡਰ ਨੂੰ ਨਾ ਪਾਈਏ। ਇਸ ਵਾਰ ਆਪਾਂ ਇੱਕ ਮੌਕਾ ਪੰਜਾਬ ਦੇ ਲੋਕੋ, ਪੰਜਾਬੀਆਂ ਨੂੰ ਦਈਏ, ਆਪਦੇ ਭਗਵੰਤ ਮਾਨ ਨੂੰ ਦਈਏ। ਉਹ ਭਗਵੰਤ ਮਾਨ ਜਿਹਨੇ ਪੰਜਾਬ ਦੀ ਗੱਲ 40-45 ਸਾਲ ਪਹਿਲਾਂ ਕੁਲਫੀ ਗਰਮਾ ਗਰਮ ਦੇ ਵਿੱਚ ਕਰਤੀ ਸੀ। ਉਹ ਭਗਵੰਤ ਮਾਨ ਜਦੋਂ ਕੋਈ ਬੋਲਦਾ ਨਹੀਂ ਹੁੰਦਾ ਸੀ ਤਾਂ ਉਹਨੇ ਇਹਨਾਂ ਲੀਡਰਾਂ ਦੇ ਖਿਲਾਫ, ਇਸ ਕਰਪਸ਼ਨ ਦੇ ਖਿਲਾਫ, ਇਸ ਭ੍ਰਿਸ਼ਟਾਚਾਰ ਦੇ ਖਿਲਾਫ ਆਪਣੀ ਕਮੇਡੀ ਰਾਹੀਂ, ਆਪਦੇ ਚੰਗੇ ਵਿਅੰਗਾਂ ਦੇ ਰਾਹੀਂ ਉਹਨੇ ਗੱਲ ਕੀਤੀ ਹੈ। ਉਸ ਸਰਦਾਰ ਭਗਵੰਤ ਸਿੰਘ ਮਾਨ ਨੂੰ, ਇੱਕ ਮਾਸਟਰ ਦੇ ਘਰੇ ਪੈਦਾ ਹੋਏ ਬੱਚੇ ਨੂੰ ਅੱਜ ਸੀਐਮ ਦਾ ਕੈਂਡੀਡੇਟ ਬਣਾ ਕੇ ਆਮ ਆਦਮੀ ਪਾਰਟੀ ਨੇ ਪੇਸ਼ ਕੀਤਾ ਹੈ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਦਾ ਸਾਥ ਦਈਏ, ਇੱਕ ਵਾਰ ਉਹਨੂੰ ਮੌਕਾ ਦਈਏ। ਇਹ ਜਿਹੜੇ ਕਮੀਣੇ ਲੋਕ, ਕਹੂੰਗਾ ਮੈਂ ਇੱਥੇ ਸ਼ਬਦ, ਇਹ ਕਮੀਣੇ ਲੋਕ, ਉਹ ਕੈਪਟਨ ਅਮਰਿੰਦਰ ਸਿੰਘ ਜਿਹਨੇ ਹੱਥ 'ਚ ਗੁਟਕਾ ਫੜ ਕੇ ਸਹੁੰ ਖਾਧੀ ਤੇ ਗੁਟਕਾ ਖਾ ਕੇ ਸਹੁੰ ਤੋਂ ਮੁੱਕਰ ਗਿਆ, ਜਿਹੜੀ ਗੁਰਬਾਣੀ ਦੇ ਲਈ ਆਪਦੇ ਸਿਰ ਕਟਾ ਗਏ, ਜਿਹੜੀ ਗੁਰਬਾਣੀ ਦੇ ਲਈ ਚਰਖੜੀਆਂ ਤੇ ਚੜ੍ਹ ਗਏ, ਜਿਹੜੀ ਗੁਰਬਾਣੀ ਦੇ ਲਈ ਅੰਗ ਅੰਗ ਕਟਾ ਗਏ, ਉਸ ਗੁਰਬਾਣੀ ਨੂੰ ਨੇ ਹੱਥ 'ਚ ਫੜ ਕੇ ਸਹੁੰ ਖਾ ਕੇ ਉਹਨੂੰ ਨਿਲਾਮ ਕਰਨ ਲਈ ਮਜਬੂਰ ਕਰਤਾ। ਸੋ ਇਹ ਦੂਜੇ ਪਾਸੇ ਉਹ ਲੋਕ ਨੇ ਜਿਨ੍ਹਾਂ ਨੇ, ਸੁਖਬੀਰ ਬਾਦਲ ਵਰਗਿਆਂ ਨੇ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦਾ ਰੋਸ ਮੁਜ਼ਾਹਰਾ ਕਰ ਰਹੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਤੇ ਫਿਰ ਕੋਈ FIR ਵੀ ਦਰਜ ਨਹੀਂ ਕੀਤੀ। ਅਸੀਂ ਇਨਸਾਫ ਦੇ ਲਈ ਪਿਛਲੇ 70 ਸਾਲਾਂ ਤੋਂ ਤੜਫਦੇ ਫਿਰਦੇ ਹਾਂ, ਸਾਨੂੰ ਕਿਸੇ ਨੇ ਇਨਸਾਫ ਨਹੀਂ ਦਿੱਤਾ। ਅਸੀਂ ਮੁੱਖ ਮੰਤਰੀ ਬਦਲ ਕੇ ਦੇਖ ਲਏ, ਅਸੀਂ ਤਖਤ ਬਦਲ ਕੇ ਦੇਖ ਲਏ, ਅਸੀਂ ਸੰਤਰੀ ਮੰਤਰੀ ਬਦਲ ਕੇ ਦੇਖ ਲਏ, ਪਰ ਜੇ ਕੁਝ ਨਹੀਂ ਬਦਲਿਆ ਤਾਂ ਸਾਡੇ ਹਾਲਾਤ ਨਹੀਂ ਬਦਲੇ। ਅਸੀਂ ਸਭ ਕੁਝ ਬਦਲ ਕੇ ਦੇਖ ਲਿਆ। ਸੋ ਇੱਕ ਵਾਰੀ ਅਸੀਂ ਫੇਰ ਇਹ ਨਵੀਂ ਰਾਜਨੀਤੀ, ਇੱਕ ਨਵਾਂ, ਮੈਂ ਨੌਜਵਾਨਾਂ 'ਚ ਜੋਸ਼ ਵੇਖਦਾ, ਨਵਾਂ ਇਤਿਹਾਸ ਲਿਖਣ ਲਈ ਪੰਜਾਬ ਬਿਲਕੁਲ ਕਾਲਾ ਪਿਆ ਹੈ। ਮੈਨੂੰ ਉਮੀਦ ਹੈ 10 ਮਾਰਚ ਵਾਲੇ ਦਿਨ ਸੂਰਜ ਦਾ ਰੰਗ ਇੱਕ ਵੱਖਰਾ ਹੋਊਗਾ, ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਉਦੋਂ ਮੁੱਖ ਮੰਤਰੀ ਪੰਜਾਬ ਦਾ ਬਣ ਕੇ ਨਿਕਲੂਗਾ। ਇਹ ਮੈਨੂੰ ਉਮੀਦ ਹੈ ਪੂਰੀ। ਕਾਂਗਰਸ ਪਾਰਟੀ ਜਿਹੜਾ ਕੈਂਡੀਡੇਟ ਹੈ ਉਹ PhD ਕੀਤੀ ਹੋਈ ਹੈ ਜੀ। ਦੂਸਰੇ ਪਾਸੇ 25-30 ਸਾਲਾਂ ਬਾਅਦ ਪੰਜਾਬ ਦੇ ਵਿੱਚ ਕਾਲਜ ਪ੍ਰੋਫੈਸਰਾਂ ਦੀ ਭਰਤੀ ਹੁੰਦੀ ਹੈ, ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਹੋਈ, ਪਰ ਉਹ ਵੀ ਲਟਕਾਤੀ ਇਹਨਾਂ ਨੇ। ਤੇ ਦੂਸਰੇ ਪਾਸੇ ਇਹ ਕੈਂਡੀਡੇਟ ਆ ਕੇ ਕਹਿ ਰਹੇ ਨੇ ਕਿ ਸਾਨੂੰ ਇੱਕ ਮੌਕਾ ਹੋਰ ਦੇ ਦਿਓ। ਕੀ ਕਹਿਣਾ ਚਾਹੋਗੇ? ਦੇਖੋ, ਮੈਂ ਅੰਕੜਿਆਂ ਦੇ ਆਧਾਰ ਤੇ, ਤੁਸੀਂ ਇੱਕ ਗੱਲ ਪੁੱਛੀ, ਮੈਂ ਤੁਹਾਨੂੰ ਇੱਕ ਅੰਕੜੇ ਦੇ ਆਧਾਰ ਤੇ ਦੱਸਦਾ। ਪੰਜਾਬ ਦੇ ਵਿੱਚ ਸੰਨ 1974 ਦੇ ਵਿੱਚ 52 ਸਰਕਾਰੀ ਕਾਲਜ ਸੀਗੇ ਤੇ ਪ੍ਰਾਈਵੇਟ ਇੱਕ ਵੀ ਹੈ ਨਹੀਂ ਸੀ। ਪਰ ਸੰਨ 2014 ਦੇ ਵਿੱਚ ਜਦੋਂ ਇਹਦੇ ਤੇ ਦੁਬਾਰਾ ਸਰਵੇਖਣ ਹੋਇਆ ਤਾਂ ਜਿਹੜੇ ਸਰਕਾਰੀ ਕਾਲਜ 52 ਸੀ ਉਹ ਘਟ ਕੇ 48 ਰਹਿ ਗਏ ਤੇ ਜਿਹੜੇ ਪ੍ਰਾਈਵੇਟ ਸੀ ਉਹ ਕਰੀਬ 200 ਦੇ ਕਰੀਬ ਖੁੱਲ੍ਹ ਗਏ। ਇਹਦਾ ਕਾਰਨ ਇਹ ਸੀ ਕਿ ਗਰੀਬ ਤੇ ਆਮ ਘਰਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਕੀਤਾ ਗਿਆ। 25 ਸਾਲ ਇਹ ਦੋ ਪਾਰਟੀਆਂ ਨੇ ਰਾਜ ਕੀਤਾ। ਮੈਨੂੰ ਦਿਖਾਣ ਇੱਕ ਵੀ ਕਾਲਜ ਖੋਲ੍ਹਿਆ ਹੋਵੇ, ਮੈਨੂੰ ਦਿਖਾਣ ਇੱਕ ਵੀ ਕੋਈ ਨਵਾਂ ਸਕੂਲ ਖੋਲ੍ਹਿਆ ਹੋਵੇ, ਮੈਨੂੰ ਦਿਖਾਣ ਇੱਕ ਵੀ ਨਵਾਂ ਹਸਪਤਾਲ ਖੋਲ੍ਹਿਆ ਹੋਵੇ, ਮੈਨੂੰ ਦਿਖਾਣ ਕੋਈ ਚੰਗੀ ਵਿੱਦਿਆ ਦੇ ਕੇਂਦਰ ਖੋਲ੍ਹੇ ਹੋਣ। ਅੱਜ ਬਾਈ ਜੀ ਜਿਹੜੇ ਕਾਲਜ ਨੇ ਨਾ ਜੀ, ਕਾਲਜਾਂ ਦੇ ਵਿੱਚ ਪੜ੍ਹਾਉਣ ਲਈ ਚੀਕਾਂ ਨਿਕਲ ਜਾਂਦੀਆਂ ਨੇ ਪਰਿਵਾਰਾਂ ਦੀ, ਆਮ ਕਰਕੇ ਬੱਚਿਆਂ ਦੀਆਂ, ਵੀ ਜਦੋਂ ਪੜ੍ਹਾਉਣਾ ਪੈਂਦਾ। ਡਾਕਟਰ ਬਣਾਉਣ ਦਾ ਸੁਪਨਾ ਤਾਂ ਸਾਡਾ ਦੂਰ ਹੀ ਰਹਿ ਗਿਆ।
ਕਦੇ ਅਸੀਂ ਆਪਣੇ ਪੁੱਤ ਨੂੰ ਡਾਕਟਰ ਦੇਖਣਾ ਚਾਹੁੰਦੇ ਆ, ਤੁਸੀਂ ਪੀਜੀਆਈ ਜਾਇਓ। ਮੈਂ ਇੱਕ ਦਿਨ ਗਿਆ ਪੀਜੀਆਈ, ਮੈਂ ਆਪਦੀ ਹੱਡ ਬੀਤੀ ਦੱਸਦਾ, ਇੱਕ ਦਿਨ ਪੀਜੀਆਈ ਗਿਆ, ਮੈਂ ਦੇਖਿਆ ਉੱਥੇ ਜਿੰਨੇ ਡਾਕਟਰ ਸੀ ਉਹ ਕੇਰਲਾ ਤੋਂ, ਉੱਤਰਾਖੰਡ ਤੋਂ, ਉੱਤਰ ਪ੍ਰਦੇਸ਼ ਤੋਂ, ਜ਼ਿਆਦਾਤਰ ਮੱਧ ਪ੍ਰਦੇਸ਼ ਤੋਂ ਜਿੰਨੇ ਡਾਕਟਰ ਸੀ 99.9% ਉੱਥੇ ਜਿੰਨੇ ਡਾਕਟਰ ਸੀਗੇ ਉਹ ਸਾਰੇ ਉੱਥੋਂ ਦੇ ਏਰੀਏ ਦੇ ਸੀਗੇ। ਤੇ ਮੈਨੂੰ ਪੰਜਾਬੀ ਕਿਤੇ ਡਾਕਟਰ ਨਹੀਂ ਦਿਖਿਆ। ਹਾਂ, ਪੰਜਾਬੀ ਇੱਕ ਥਾਂ ਤੇ ਜ਼ਰੂਰ ਦਿਖਿਆ, ਉਹ ਕਿੱਥੇ? ਉਹ ਸਿਕਿਉਰਿਟੀ ਗਾਰਡ ਤੇ। ਪੰਜਾਬੀ ਸਿਰਫ ਸਿਕਿਉਰਿਟੀ ਗਾਰਡ ਬਣ ਜੋਗਾ ਰਹਿ ਗਿਆ, ਪੰਜਾਬੀ ਸਿਰਫ ਮਜ਼ਦੂਰੀ ਕਰਨ ਜੋਗਾ ਰਹਿ ਗਿਆ। ਕਦੇ ਉਹ ਪੰਜਾਬੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੁਣਾਂ ਵਰਗਾ ਰਾਜ ਕਰਦਾ ਸੀ, ਉਹ ਪੰਜਾਬੀ ਜਿਹੜੇ ਜਰਨੈਲ ਅਖਵਾਉਂਦੇ ਸੀ, ਉਹ ਪੰਜਾਬੀ ਜਿਹੜੇ ਸੂਰਬੀਰ ਯੋਧੇ ਅਖਵਾਉਂਦੇ ਸੀ, ਅੱਜ ਉਹ ਮਜ਼ਦੂਰੀ ਕਰਨ ਵਾਸਤੇ ਤੇ ਸਿਕਿਉਰਿਟੀ ਕਰਨ ਵਾਸਤੇ ਮਜਬੂਰ ਕਰਤਾ, ਕਿਉਂਕਿ ਸਿੱਖਿਆ ਨੂੰ ਸਾਡੇ ਤੋਂ ਦੂਰ ਕੀਤਾ ਹੈ। ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ, ਪੰਜਾਬ ਦੀ ਸਿੱਖਿਆ ਵਾਸਤੇ, ਪੰਜਾਬ ਦੇ ਚੰਗੇ ਸਿਹਤ ਤੇ ਸਮਾਜ ਵਾਸਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਤੇ ਜੇ ਤੁਸੀਂ ਆਪਦੀ ਲੁੱਟ ਤੇ ਆਪਦੇ ਬੱਚਿਆਂ ਨੂੰ ਐਵੇਂ ਤੜਫਦਾ ਬਿਲਕਦਾ ਵੇਖਣਾ ਚਾਹੁੰਦੇ ਹੋ ਤੇ ਫਿਰ ਕਾਲੀ ਕਾਂਗਰਸੀਆਂ ਨੂੰ 70 ਸਾਲਾਂ ਤੋਂ ਵੋਟਾਂ ਪਾਈਆਂ ਨੇ, ਇੱਕ ਵਾਰੀ ਫੇਰ ਪਾ ਕੇ ਦੇਖ ਲਓ, ਕਿਹੜਾ ਕੋਈ ਫਰਕ ਪੈਂਦਾ ਹੈ। ਕੀ ਨਾਮ ਹੈ ਤੁਹਾਡਾ? ਮਨਦੀਪ ਸਿੰਘ ਨਾਮ ਹੈ। ਮਨਦੀਪ, ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਕੀ ਕਹਿਣਾ ਚਾਹੋਗੇ? ਹਾਂਜੀ ਬਾਈ ਜੀ, ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੀ। ਪਿਛਲੇ ਲੰਬੇ ਸਮਿਆਂ ਤੋਂ ਅਸੀਂ ਅਕਾਲੀ ਕਾਂਗਰਸਾਂ ਮਗਰ ਵੋਟਾਂ ਪਾਉਂਦੇ ਆਏ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਵੋਟਾਂ ਹੀ ਪਾਈਆਂ ਨੇ, ਅੱਜ ਤੱਕ ਉਹਨਾਂ ਨੇ ਸਾਡਾ ਕੋਈ ਕੰਮ ਨਹੀਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਸਾਡਾ ਵਧੀਆ ਮੰਤਰੀ ਹੋਣ, ਸਾਡੇ ਵਧੀਆ ਐਮਐਲਏ ਹੋਣ, ਸਾਡਾ ਪੰਜਾਬ ਵਧੀਆ ਸੁਥਰਾ ਹੋਵੇ, ਤਾਂ ਕਿ ਅਸੀਂ ਆਉਣ ਵਾਲੇ ਬੱਚਿਆਂ ਨੂੰ ਸਾਡੇ ਕਹਿ ਸਕੀਏ ਕਿ ਸਾਡਾ ਸਮਾਜ ਵਧੀਆ ਪੰਜਾਬ ਹੈ। ਕਿਉਂਕਿ ਇਹਨਾਂ ਨੇ ਪਿਛਲੀਆਂ ਸਰਕਾਰਾਂ ਨੇ ਲੁੱਟ ਮਚਾ ਕੇ ਬੇਰੁਜ਼ਗਾਰ ਕਰਤੇ ਨੌਜਵਾਨ ਮੁੰਡੇ, ਜਿਵੇਂ ਬਾਈ ਜੀ ਗੋਲਡੀ ਕਹਿੰਦੇ ਨੇ, ਪੰਜਾਬੀ ਤਾਂ ਇੱਕ ਸਿਕਿਉਰਿਟੀ ਗਾਰਡ ਜੋਗੀ ਰਹਿ ਗਏ, ਜਿਹੜੀਆਂ ਪੜ੍ਹਾਈਆਂ ਲਿਖਾਈਆਂ ਕਰਕੇ ਨੌਜਵਾਨ ਦਿਹਾੜੀਆਂ ਜੋਗੀ ਰਹਿ ਗਏ। ਇਹ ਮਾੜਾ ਸਿਸਟਮ ਆ ਸਰਕਾਰ ਦਾ। ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਜਿਹੜੀ ਸਰਕਾਰ ਬਣੇ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਚੰਗੀ ਸਿੱਖਿਆ ਦਾ ਪ੍ਰਬੰਧ ਹੋਵੇ। ਜਿਵੇਂ ਬਾਈ ਜੀ ਰਜਿੰਦਰ ਸਿੰਘ ਜੀ ਨੇ ਕਿਹਾਗਾ, ਕਹਿੰਦੇ ਵੀ ਬੁੱਧਰਾਮ ਜੀ ਸਿੱਖਿਆ ਮੰਤਰੀ ਬਣਨ ਜਾ ਰਹੇ ਨੇ। ਅਸੀਂ ਚਾਹੁੰਦੇ ਹਾਂ ਵੀ ਸਾਡੇ ਬੁਢਲਾਡਾ ਹਲਕਾ ਦੇ ਇਹੋ ਜਿਹੇ ਪੜ੍ਹੇ ਲਿਖੇ ਸਿੱਖਿਆ ਮੰਤਰੀ ਬਣ ਜਾਣ, ਤਾਂ ਘੱਟੋ ਘੱਟ ਸਾਡੇ ਬੱਚਿਆਂ ਨੂੰ ਚੰਗੀ ਪੜ੍ਹਾਈ ਮਿਲ ਸਕੇ, ਤਾਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਚੰਗੇ ਅਫਸਰ ਬਣ ਸਕਣ। ਤਾਂ ਹੀ ਉਹਨਾਂ ਨੇ ਕਿਹਾ ਸੀਗਾ ਵੀ ਜੇ ਬੱਚਾ ਪੜ੍ਹੂਗਾ ਤਾਂ ਕੋਈ ਚੰਗਾ ਕਿਸਾਨ ਹੋਊਗਾ ਦਾ ਪੁੱਤ ਹੋਊਗਾ, ਚੰਗਾ ਬੀਅ ਵੀ ਪਾਲੂਗਾ। ਜੇ ਮਜ਼ਦੂਰ ਦਾ ਗਰੀਬ ਦਾ ਬੱਚਾ ਪੜ੍ਹਿਆ ਹੋਊਗਾ ਉਹ ਦਿਹਾੜੀ ਵੀ ਲਿਖ ਲੂਗਾ। ਜੇ ਗਰੀਬ ਪਰਿਵਾਰ ਦਾ ਬੱਚਾ ਪੜ੍ਹਿਆ ਲਿਖਿਆ ਹੋਵੇਗਾ ਤਾਂ ਦੁੱਧ ਦਾ ਹਿਸਾਬ ਵੀ ਰੱਖ ਲੇਗਾ। ਸਿੱਖਿਆ ਤੋਂ ਬਿਨਾਂ ਕੁਛ ਨਹੀਂ। ਅਸੀਂ ਚਾਹੁੰਦੇ ਹਾਂ ਜਿਵੇਂ ਸਾਡੇ ਭਗਵੰਤ ਮਾਨ ਜੀ CM ਬਣਨ ਜਾ ਰਹੇ ਨੇ, ਇੱਕ ਆਮ ਕਿਸਾਨ ਬਣਨ ਜਾ ਰਹੇ ਨੇ। ਅਸੀਂ ਬਹੁਤ ਖੁਸ਼ ਹਾਂ ਜੀ ਆਮ ਆਦਮੀ ਪਾਰਟੀ ਤੋਂ। ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੀ ਸਰਕਾਰ ਬਣਨੀ ਚਾਹੀਦੀ ਹੈ। ਸਾਡੀ ਆਮ ਆਦਮੀ ਪਾਰਟੀ ਦੀ ਸਾਫ਼ ਸੁਥਰੀ ਸਰਕਾਰ ਬਣਨੀ ਚਾਹੀਦੀ ਹੈ ਜੀ। ਪਤਾ ਜੀ, ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਪਹਿਲਾਂ ਪਰਿਵਾਰ ਕਿਸ ਪਾਰਟੀ ਨਾਲ ਸੀ? ਪਹਿਲਾਂ ਤੋਂ ਵੈਸੇ ਤਾਂ ਕਾਂਗਰਸ ਨੂੰ ਹੀ ਵੋਟਾਂ ਪਾਈਆਂ ਪਿਛਲੀ ਵਾਰ, ਪਰ ਕਾਂਗਰਸ ਨੇ ਕੁਝ ਨਹੀਂ ਕੀਤਾ ਹੈਗਾ। ਹੁਣ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਆਮ ਆਦਮੀ ਪਾਰਟੀ ਦੇ ਮੈਂਬਰ ਵੱਧ ਤੋਂ ਵੱਧ ਆਉਣ। ਸਾਡਾ ਪਿੰਡ ਸਾਰਾ ਆਮ ਪਾਰਟੀ ਦੇ ਨਾਲ। ਕਾਂਗਰਸ ਨੂੰ ਕਿਉਂ ਖੜਾ ਛੱਡ ਰਹੇ ਹੁਣ? ਕਾਂਗਰਸ ਨੇ ਇੱਕ ਤਾਂ ਜੀ ਮਹਿੰਗਾਈ ਬਹੁਤ ਵਧਾ ਰੱਖੀ ਹੈ, ਚੁੱਲ੍ਹੇ ਦਾ ਖਰਚਾ ਨਹੀਂ ਚੱਲ ਰਿਹਾ, ਤੇ ਕੋਈ ਵੀ ਸਿਸਟਮ ਹੈ ਸਹੀ ਨਹੀਂ ਚੱਲ ਰਿਹਾ, ਕਰਪਸ਼ਨ ਚੱਲ ਰਿਹਾ ਹੈ, ਤੇ ਲੜਕੀਆਂ ਲਈ ਕੋਈ ਸੁਵਿਧਾ ਨਹੀਂ ਹੈਗੀਆਂ, ਕੋਈ ਸਕੂਲ ਨਹੀਂ ਚੱਲ ਰਹੇ, ਪੜ੍ਹਾਈ ਤੋਂ ਵਾਂਝੇ ਬੱਚੇ ਰਹਿ ਰਹੇ ਨੇ। ਹੁਣ ਉਹ ਲੀਡਰ ਆਉਣਗੇ ਤੁਹਾਡੇ ਵਿਹੜਿਆਂ 'ਚ ਵੋਟਾਂ ਮੰਗਣ ਵਾਸਤੇ, ਉਹਨੂੰ ਫਿਰ ਸਵਾਲ ਕਰਨ ਦਾ ਹੱਕ ਨਹੀਂ ਬਣਦਾ ਤੁਹਾਡਾ? ਹਾਂਜੀ ਕਰਾਂਗੇ। ਕੀ ਕੀਤਾ ਤੁਸੀਂ 5 ਸਾਲਾਂ 'ਚ? ਕੀ ਬਣਾਤਾ ਤੁਸੀਂ? ਬੱਚੀਆਂ ਬੇਰੁਜ਼ਗਾਰ, ਬੱਚਿਆਂ ਦੇ ਵਿਆਹਾਂ ਲਈ ਜੋ ਵੀ ਗਰੀਬ ਪਰਿਵਾਰ ਨੇ ਉਹਨਾਂ ਨੂੰ ਵਾਅਦੇ ਕਰ ਦਿੰਦੇ ਆ ਵੀ ਅਸੀਂ ਸ਼ਗਨ ਸਕੀਮ ਦੇਵਾਂਗੇ, ਪਰ ਕੋਈ ਕੁਝ ਨਹੀਂ ਮਿਲ ਰਿਹਾ। ਇਸ ਕਰਕੇ ਲੋਕ ਦੁਖੀ ਹੋਏ ਪਏ ਆ। ਕਾਂਗਰਸ ਅੱਛਾ, ਜਿਹੜੇ ਕਾਂਗਰਸ ਸਰਕਾਰ ਨੇ 2017 'ਚ ਵਾਅਦਾ ਕੀਤਾ ਸੀ ਘਰ ਘਰ ਨੌਕਰੀ ਦੇਵਾਂਗੇ, ਤੁਸੀਂ ਘਰਾਂ 'ਚ ਰਹਿੰਦੇ ਹੋ ਨਾ, ਤੁਹਾਡੇ ਬੱਚੇ ਤੁਹਾਡੇ ਆਲੇ ਦੁਆਲੇ, ਤੁਹਾਨੂੰ ਲੱਗਦਾ ਵੀ ਘਰ ਘਰ ਨੌਕਰੀ ਮਿਲ ਗਈ? ਬਸ ਸਾਡੇ ਕੋਲੇ ਤਾਂ ਕੋਈ ਕਾਰਡ ਰਹਿ ਗਿਆ, ਜੋ ਉਹਨਾਂ ਨੇ ਕਾਰਡ ਦਿੱਤਾ ਸੀ ਬਈ ਘਰ ਘਰ ਨੌਕਰੀ ਤੇ, ਉਹ ਸਾਡੇ ਕੋਲ ਸੰਭਾਲੇ ਪਏ ਆ, ਹੋਰ ਸਾਨੂੰ ਕੁਝ ਨਹੀਂ ਮਿਲ ਰਿਹਾ। ਹਾਂਜੀ ਮਾਤਾ ਜੀ। ਐਂ ਕਹਿੰਦੇ ਆ ਪੁੱਤ, ਸਾਡੇ ਤੇ ਤਾਂ ਡਾਂਗਾਂ ਮਾਰ ਗਈਆਂ। ਇੰਨਾ ਬੋਲ ਨਹੀਂ ਸਕਦੀ ਪੁੱਤ, ਮੈਂ ਮੋਢੇ ਟੁੱਟੇ ਹੋਏ ਨੇ। ਮਾਤਾ ਜੀ ਕੀ ਨਾਮ ਹੈ? ਗੁਰਜੀਤ ਕੌਰ ਹੈ ਜੀ। ਹਾਂ, ਕੀ ਕਹਿਣਾ ਚਾਹੋਗੇ? ਅੱਜ ਸਾਰਾ ਪਿੰਡ, ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਰਹੇ ਨੇ। ਹਾਂ ਜੀ, ਅਸੀਂ ਵੀ ਇਹੀ ਚਾਹੁੰਦੇ ਆ ਵੀ ਚੰਗਾ ਕੰਮ ਬਣੇ, ਇਹ ਝੂਠੇ ਲਾਰੇ ਨਾ ਲੱਗਣ। ਜਿਵੇਂ ਪਹਿਲਾਂ ਇਹਨੇ ਕੈਂਪਟਨ ਨੇ ਲਾਤੇ, ਉਦੋਂ ਪਹਿਲਾਂ ਬਾਦਲ ਨੇ ਤਾਂ ਬਹੁਤ ਬੁਰੀ ਕਰੀ ਸਾਡੇ ਨਾਲ। ਅੱਛਾ, ਪਿਛਲੀ ਵਾਰੀ ਪਰਿਵਾਰ ਕਿਹਦੇ ਨਾਲ ਸੀ, ਕਿਹੜੀ ਪਾਰਟੀ ਨਾਲ ਸੀ? ਅਸੀਂ ਜੀ ਇਸਦੇ ਨਾਲ ਪਿਛਲੀ ਕੀ ਸੀ, ਕਾਂਗਰਸ ਨਾਲ। ਅੱਛਾ, ਕਾਂਗਰਸ ਨਾਲ ਸੀ। ਅਸੀਂ 2 ਵਾਰ ਉਹ ਕਰਕੇ ਦੇਖ ਲਿਆ। ਝੂਠੇ ਵਾਅਦੇ ਕਰਦੇ ਨੇ, ਕੋਈ ਸਾਡਾ ਬੱਚਿਆਂ ਦਾ ਕੁਛ ਨਹੀਂ ਬਣਿਆ, ਕੋਈ ਸਾਨੂੰ ਨੌਕਰੀ ਨਹੀਂ ਮਿਲੀ, ਨਾ ਹੀ ਸਾਡੀਆਂ ਜ਼ਮੀਨਾਂ ਰਹੀਆਂ ਨੇ। ਤੇ ਬਾਦਲ ਨੇ ਤਾਂ ਜਮਾਂ ਹੀ ਦੇਖ ਸਾਡੇ ਨਾਲ, ਤੁਹਾਨੂੰ ਪਤਾ ਹੀ ਹੈ, ਬਹੁਤ ਸੰਘਰਸ਼ ਜਿੱਤਿਆ, ਬਹੁਤ ਜੇਲ੍ਹਾਂ ਥਾਣੇ ਜਿਹੜੇ ਸਾਡੇ ਮਾਪਿਆਂ ਨੇ ਦੇਖੇ ਸੀ, ਉਹ ਅਸੀਂ ਉਰੇ ਆ ਕੇ ਇਹਨੇ ਬਾਦਲ ਨੇ ਦਿਖਾਤੇ। ਤੇ ਹੁਣ ਜਿਹੜੀ ਕਾਂਗਰਸ ਦੀ ਉਮੀਦਵਾਰ ਬੀਬਾ ਜੀ ਨੇ, ਤੁਹਾਡੇ ਕੋਲ ਵੋਟਾਂ ਮੰਗਣ ਆਏ ਨਹੀਂ ਅਜੇ ਤੱਕ? ਅੱਜ ਤੱਕ ਆਏ ਨਹੀਂ ਜੀ, ਸੰਗਦੇ ਨੇ, ਫਿਰ ਨਾ ਅਸੀਂ ਵੋਟਾਂ ਪੂਰਾ ਉਹ ਦੇਵਾਂਗੇ ਉਹਨਾਂ ਨੂੰ। ਉਹਨਾਂ ਨੂੰ ਪਿੰਡ 'ਚ ਵੀ ਨਹੀਂ ਵੜਨ ਦੇਣਾ ਚਾਹੁੰਦੇ ਕਾਂਗਰਸ ਸਾਰਾ ਅਕਾਲੀਆਂ ਨੂੰ।
ਨਹੀਂ ਜਦੋਂ ਹੁਣ ਤੁਹਾਡੇ ਕੋਲ ਵੋਟਾਂ ਮੰਗਣ ਆਉਣਗੇ ਫਿਰ ਕੀ ਕਰੋਗੇ? ਅਸੀਂ ਨਹੀਂ ਆਏ ਵੀ ਹੈ ਨਹੀਂ, ਪਰ ਅਸੀਂ ਵੋਟ ਪਾਉਣੀ ਨਹੀਂ, ਉਹਨਾਂ ਨੂੰ ਕੋਰਾ ਜਵਾਬ ਦੇਣਾ ਹੈ ਵੀ ਜੋ ਕੁਝ ਤੁਸੀਂ ਪਹਿਲਾਂ 5 ਸਾਲਾਂ 'ਚ ਕਰਤਾ ਉਹ ਤੁਸੀਂ ਹੁਣ ਕਰਕੇ ਦਿਖਾ ਦੋਗੇ, ਨਹੀਂ ਪਾਉਣੀਆਂ ਵੋਟਾਂ। ਹਾਂਜੀ ਮਾਤਾ ਅਸੀਂ ਜਵਾਬ ਹੀ ਦੇਣਾ ਜੀ, ਪਿੰਡ 'ਚ ਨਹੀਂ ਬੇਟੇ ਸੀ ਉਹ ਵੜਨ ਦੇਣੇ ਵੀ ਜਦੋਂ ਪਹਿਲਾਂ ਨਹੀਂ ਸਾਡਾ ਨਾ ਕੋਈ ਬੱਚਿਆਂ ਦਾ ਬਣਿਆ ਨਾ ਸਾਡਾ ਜ਼ਮੀਨ ਦਾ ਬਣਿਆ, ਸਾਨੂੰ ਜੇਲ੍ਹਾਂ ਥਾਣੇ ਦਿਖਾ ਤੇ ਜਦੋਂ ਹੁਣ ਅਜੇ ਵੋਟਾਂ ਹੀ ਦਿੰਦੇ ਰਹਾਂਗੇ ਅਸੀਂ ਪੂਰਾ ਡਟ ਕੇ ਜਵਾਬ ਦੇਵਾਂਗੀਆਂ। ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਪੜਗੇ ਰੋਜ਼ ਪੜਗੇ ਜੀ। ਦੇਖੋ ਵੀ ਇਹਦੇ ਵਾਦੇ ਤੋਂ ਨਹੀਂ ਦਿੱਤੀ ਤੇ ਅਸੀਂ ਜ਼ਮੀਨ ਆਈ ਦਿੱਤੀ ਤੀ ਵੀ ਸਾਡੀ ਜ਼ਮੀਨ ਦੇ ਵਿੱਚ ਥਰਮਲ ਲੱਗਣਾ ਚਾਹੀਦਾ ਹੈ, ਸਾਡੇ ਬੱਚਿਆਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ, ਵੀ ਸਾਡੀ ਗਰੀਬੀ ਚੱਕੀ ਜਾਊਗੀ ਤਾਂ ਜ਼ਮੀਨ ਸਾਥੋਂ ਧੱਕੇ ਨਾਲ ਸੁਖਬੀਰ ਬਾਦਲ ਨੇ ਵੱਡੇ ਬਾਦਲ ਨੇ ਸਾਡੇ ਬੁੜੀਆਂ ਦੇ ਉੱਤੇ ਡਾਂਗਾ ਵਾਰ ਕੇ ਨਰਮੇ ਦੇ ਵਿੱਚ ਸਾਡੀ ਬੇਵਾਦੀ ਕਰੀ ਹੈ। ਸਾਨੂੰ ਫਿਰ 1 ਵਜੇ ਰਾਤ ਦੇ ਭਾਲ ਕੇ ਸਾਡੇ ਮੁੰਡਿਆਂ ਨੇ ਅਸੀਂ ਹਸਪਤਾਲ 'ਚ ਜੀ ਦਾਖਲ ਕਰੇ ਆ। ਸਾਨੂੰ ਕੋਈ ਸੋਝੀ ਨਹੀਂ ਥੀ, ਸਾਡੇ ਘੋੜਾ ਪੁਲਿਸ ਨੇ ਪੁੱਤ ਸਾਡੇ ਮੋਢੇ ਤੋੜੇ ਹੋਏ ਨੇ, ਦਮ ਛੱਡਦਾ ਪਤਾ ਗੱਲ ਕੇ ਜਾਵਾਂਗੇ ਵੀ ਕੋਈ ਵੋਟ ਨਹੀਂ ਦੇਣੀ ਨਾ ਬਾਦਲ ਕਾ ਨੂੰ ਨਾ ਕੋਈ ਨੂੰ ਕੈਂਪਟਨ ਨੂੰ, ਕੋਈ ਵੋਟ ਨਹੀਂ ਅਸੀਂ ਦੇਣੀ, ਹੁਣ ਜੁੜ ਗਏ ਇਹਦੇ ਨਾਲ ਬਸ। ਜੀ